Nowadays, some workplaces tend to employ equal number of men and women workers. Do you think it is positive or negative development? ਪਹਿਲਾਂ ਸਭ ਤੋਂ ਇੰਪੋਰਟੈਂਟ ਕੈਟੇਗਰੀ ਆਫ ਕੁਐਸਚਨ ਕੀ ਹੈ, ਕੀ ਪੁੱਛ ਰਿਹਾ ਆਪਾਂ ਨੂੰ ਕੁਐਸਚਨ, ਕੀ ਕੁਐਸਚਨ ਡਿਮਾਂਡ ਕਰ ਰਿਹਾ। ਪਹਿਲੇ 10 ਸੈਕਿੰਡ ਦੇ ਵਿੱਚ ਇਹ ਚੀਜ਼ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਕੁਐਸਚਨ ਆਪਣੇ ਤੋਂ ਡਿਮਾਂਡ ਕੀ ਕਰਦਾ। ਕੁਐਸਚਨ ਆਪਣੇ ਤੋਂ ਡਿਮਾਂਡ ਕਰਦਾ ਜੋ ਆਪਣਾ ਫਾਈਨਲ ਕੁਐਸਚਨ ਹੈ ਇਹ ਵਾਲਾ। The question is demanding us, question ਪੁੱਛ ਰਿਹਾ ਹੈ ਕਿ do you think मतलब कि ਕੀ ਤੁਸੀਂ ਸੋਚਦੇ ਹੋ ਕਿ ਇਹ ਜਿਹੜੀ ਉੱਪਰ ਗਿਵਨ ਸਟੇਟਮੈਂਟ ਹੈ ਇਹ ਇੱਕ ਪੋਜ਼ਿਟਿਵ ਜਾਂ ਨੈਗੇਟਿਵ ਡਿਵੈਲਪਮੈਂਟ ਹੈਗੀ ਹੈ। ਡਿਵੈਲਪਮੈਂਟ ਦਾ ਮਤਲਬ ਹੁੰਦਾ ਕਿਸੇ ਚੀਜ਼ 'ਚ ਵਾਧਾ ਹੋਣਾ, ਕਿਸੇ ਚੀਜ਼ ਦੀ ਤਰੱਕੀ ਕਰਨਾ। ਕੀ ਇੱਕ ਚੰਗੀ ਤਰੱਕੀ ਹੈ ਇਹ ਕਿ ਇੱਕ ਮਾੜੀ ਤਰੱਕੀ ਹੈ? ਸਿੰਪਲ ਭਾਸ਼ਾ 'ਚ ਕਿਹਾ ਜਾਵੇ ਕਿ ਇੱਕ ਪੋਜ਼ਿਟਿਵ ਤਰੱਕੀ ਹੈ ਕਿ ਇੱਕ ਨੈਗੇਟਿਵ ਤਰੱਕੀ ਹੈ? ਕੀ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਇੱਕ ਨੈਗੇਟਿਵ ਡਿਵੈਲਪਮੈਂਟ ਹੈ? ਹੁਣ ਹੋ ਸਕਦਾ ਹੈ ਕਿ ਜਿਹੜੀ ਗਿਵਨ ਸਟੇਟਮੈਂਟ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੋਵੇ ਸਾਰੇ ਵਰਲਡ ਵਾਈਡ ਵਿਊ ਤੋਂ, ਹੋ ਸਕਦਾ ਹੈ ਕਿ ਜਿਹੜੀ ਗਿਵਨ ਸਟੇਟਮੈਂਟ ਇੱਕ ਨੈਗੇਟਿਵ ਡਿਵੈਲਪਮੈਂਟ ਹੋਵੇ ਸਾਰੇ ਵਰਲਡ ਵਾਈਡ ਵਿਊ ਤੋਂ। ਹੁਣ ਪਰ ਤੁਸੀਂ ਕੀ ਸੋਚਦੇ ਹੋ that is more important while you are doing the task। ਤੁਹਾਡੇ ਵਿਊ ਤੋਂ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਹੈ ਕਿ ਨੈਗੇਟਿਵ ਡਿਵੈਲਪਮੈਂਟ ਹੈਗੀ ਹੈ, ਇਹ ਜ਼ਿਆਦਾ ਜ਼ਰੂਰੀ ਹੈ ਬਾਕੀ ਸਾਰੀਆਂ ਗੱਲਾਂ ਨਾਲੋਂ। ਕਿਉਂਕਿ ਉਹਨੇ ਤੁਹਾਨੂੰ ਇੱਥੇ ਯੂ ਜਦੋਂ ਲਿਖਤਾ ਡੂ ਯੂ ਥਿੰਕ ਮਤਲਬ ਉਹਨੇ ਤੁਹਾਨੂੰ ਐਗਜ਼ਾਮੀਨਰ ਨੇ ਜਦੋਂ ਸਟੇਟਮੈਂਟ ਲਿਖੀ ਹੋਊਗੀ, ਜਦੋਂ ਉਹਨੇ ਬੱਚੇ ਨੂੰ ਸਟੇਟਮੈਂਟ ਦੇਣੀ ਹੋਊਗੀ, ਉਦੋਂ ਉਹਨੇ ਤੁਹਾਨੂੰ ਕੰਪਲੀਟ ਪਾਵਰਸ ਦੇਤੀਆਂ ਆਪਣਾ ਡਿਸੀਜਨ ਲੈਣ ਲਈ ਕਿ ਤੁਸੀਂ ਇਹਨੂੰ ਪੋਜ਼ਿਟਿਵ ਡਿਵੈਲਪਮੈਂਟ ਸੋਚਦੇ ਹੋ ਕਿ ਨੈਗੇਟਿਵ ਡਿਵੈਲਪਮੈਂਟ ਸੋਚਦੇ ਹੋ। ਕਿ ਤੁਸੀਂ ਇਹਨੂੰ ਪੋਜ਼ਿਟਿਵ ਡਿਵੈਲਪਮੈਂਟ ਜਾਂ ਨੈਗੇਟਿਵ ਡਿਵੈਲਪਮੈਂਟ ਦੋਨੋਂ ਹੀ ਕੰਸੀਡਰ ਕਰਦੇ ਹੋ ਜਾਂ ਤੁਸੀਂ ਇੱਕ ਪਾਸਾ ਕਰਦੇ ਹੋ। ਦੈਟ ਇਜ਼ ਇੰਟਾਇਰਲੀ ਯੋਰ ਚੋਇਸ। ਇੱਥੇ ਉਹਨੇ ਤੁਹਾਨੂੰ ਪੂਰੀ ਦੀ ਪੂਰੀ ਚੋਇਸ ਦੇਤੀ। ਕੁਐਸਚਨ ਕੀ ਉਹ ਕਹਿੰਦਾ ਨਾਓ ਅ ਡੇਜ਼। ਸਭ ਤੋਂ ਪਹਿਲਾਂ ਜਦੋਂ ਵਰਡ ਆ ਗਿਆ ਨਾਓ ਅ ਡੇਜ਼, that means ਕਿ ਜਿਹੜਾ ਐਗਜ਼ਾਮੀਨਰ ਆ, ਜਿਹੜਾ ਕੁਐਸਚਨ ਆ, ਜਿਹੜੀ ਆਪਣੀ ਅੱਜ ਦੀ ਸਟੇਟਮੈਂਟ ਆ, ਉਹ ਗੱਲ ਕਰ ਰਹੀ ਆ ਪ੍ਰੈਜ਼ੈਂਟ ਟਾਈਮ ਦੀ, ਅੱਜ ਦੇ ਦੌਰ ਦੀ ਗੱਲ ਕਰ ਰਹੀ ਹੈ। ਨਾ ਤਾਂ ਉਹ ਕਿਸੇ ਪਾਸਟ ਦੀ ਗੱਲ ਹੋ ਰਹੀ ਹੈ, ਨਾ ਪਿਛਲੇ 10 ਸਾਲਾਂ ਦੀ ਗੱਲ ਹੋ ਰਹੀ ਹੈ, ਨਾ ਕੱਲ ਦੀ ਗੱਲ ਹੋ ਰਹੀ ਹੈ, ਅੱਜ ਦੀ ਗੱਲ ਹੋ ਰਹੀ ਹੈ। ਪ੍ਰੈਜ਼ੈਂਟ ਦੇ ਵਿੱਚ ਆਪਣੀ ਸਟੇਟਮੈਂਟ ਹੈਗੀ ਆ, ਨਾ ਗੱਲ ਹੋ ਰਹੀ ਆ ਆਉਣ ਵਾਲੇ ਟਾਈਮ ਦੀ, ਤਾਂ ਗੱਲ ਹੋ ਰਹੀ ਹੈ ਅੱਜ ਦੇ ਟਾਈਮ ਦੀ, ਅੱਜ ਕੱਲ ਦੀ, ਕਿ ਅੱਜ ਕੱਲ ਕੀ ਹੋ ਰਿਹਾ ਹੈ। ਠੀਕ ਹੈ, ਕਾਹਦੇ ਵਿੱਚ? ਸਮ ਵਰਕ ਪਲੇਸਿਸ ਸਮ ਮਤਲਬ ਕੁਝ, ਵਰਕ ਪਲੇਸਿਸ ਦਾ ਮਤਲਬ ਹੈ ਜਿੱਥੇ ਕੰਮ ਹੁੰਦਾ ਹੈ, ਜਿੱਥੇ ਕੋਈ ਚੀਜ਼, ਕੋਈ ਬੰਦੇ, ਕੋਈ ਹਿਊਮਨ ਬੀਇੰਗਸ ਆ ਕੇ ਕੰਮ ਕਰਦੇ ਆ। ਜਿਵੇਂ ਕਿ ਕੋਈ ਕੰਪਨੀ ਕਹਿ ਸਕਦੇ ਆ, ਕੋਈ ਕਾਲਜ ਕਹਿ ਸਕਦੇ ਆ, ਕੋਈ ਯੂਨੀਵਰਸਿਟੀ ਕਹਿ ਸਕਦੇ ਆ, ਕੋਈ ਇੰਸਟੀਟਿਊਸ਼ਨ ਕਹਿ ਸਕਦੇ ਆ, ਪਰ ਆਪਾਂ ਸਿੱਧਾ ਰੈਫਰੈਂਸ ਕਾਲਜ ਜਾਂ ਯੂਨੀਵਰਸਿਟੀ ਨੂੰ ਨਹੀਂ ਦੇ ਸਕਦੇ। ਆਪਾਂ ਉਹਨੂੰ ਓਵਰਆਲ ਕੰਪਨੀ ਕਹਿ ਸਕਦੇ ਆ, ਆਪਾਂ ਉਹਨੂੰ ਕੋਈ ਆਰਗੇਨਾਈਜੇਸ਼ਨ ਕਹਿ ਸਕਦੇ ਆ। ਆਰਗੇਨਾਈਜੇਸ਼ਨ, ਕੰਪਨੀ ਜਾਂ ਵਰਕ ਪਲੇਸ, ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅੱਡ-ਅੱਡ ਸਿਨੋਨਿਮ ਦੇ ਤੌਰ ਤੇ ਯੂਜ਼ ਕਰ ਸਕਦੇ ਆ। ਪਰ ਜੇ ਆਪਾਂ ਕਹੀਏ ਵਰਕ ਪਲੇਸ ਸਾਰੀਆਂ ਕਾਲਜ ਹੁੰਦੀਆਂ, ਇਹ ਜ਼ਰੂਰੀ ਨਹੀਂ। ਆਪਣਾ ਇੰਸਟੀਟਿਊਸ਼ਨ ਇੱਕ ਵਰਕ ਪਲੇਸ ਆ, ਪਰ ਇਹ ਇੱਕ ਕਾਲਜ ਨਹੀਂ ਹੈਗਾ, ਇੱਕ ਯੂਨੀਵਰਸਿਟੀ ਨਹੀਂ ਹੈਗੀ। ਤਾਂ ਕਰਕੇ ਆਪਾਂ ਕਾਲਜ ਯੂਨੀਵਰਸਿਟੀ ਡਾਇਰੈਕਟਲੀ ਨਹੀਂ ਲਿਖਣਾ, ਆਪਾਂ ਲਿਖਣਾ ਵਰਕ ਪਲੇਸਿਸ। ਜਾਂ ਤਾਂ ਆਫਿਸਿਸ ਦੀ ਗੱਲ ਕਰ ਰਹੇ ਆ, ਜਾਂ ਕੰਪਨੀਜ਼ ਦੀ ਗੱਲ ਕਰ ਰਹੇ ਆ, ਜਾਂ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ ਆ। ਤਾਂ ਅੰਡਰਸਟੂਡ ਆ ਕਿ ਕੁਝ ਅੱਜ ਦੀ ਡੇਟ ਦੇ ਵਿੱਚ ਕੁਝ ਕੰਪਨੀਜ਼, ਕੁਝ ਆਰਗੇਨਾਈਜੇਸ਼ਨਸ, ਕੁਝ ਵਰਕ ਪਲੇਸਿਸ, ਕੁਝ ਕੀ ਹੈ ਦੱਸੋ, ਬੋਲੋ, ਕੁਝ ਇੰਸਟੀਟਿਊਸ਼ਨਸ, ਠੀਕ ਹੈ, ਇਦਾਂ ਲਿਖ ਸਕਦੇ ਆ। ਟੈਂਡ ਟੂ EMPLOY ਮਤਲਬ ਟੈਂਡ ਟੂ ਦਾ ਮਤਲਬ ਹੈਗਾ ਉਹਨਾਂ ਦਾ ਬਿਹੇਵੀਅਰ, ਕਿ ਉਹਨਾਂ ਦਾ ਬਿਹੇਵੀਅਰ ਕੀ ਆ ਅੱਜ ਦੀ ਡੇਟ 'ਚ ਆ ਕਰਦੇ ਆ, ਕਰਨ ਜਾ ਰਹੇ ਇਜ਼ ਫਿਊਚਰ, ਕਰਦੇ ਸੀ ਇਜ਼ ਪਾਸਟ। ਅੱਜ ਦੀ ਡੇਟ 'ਚ ਕੀ ਕਰਦੇ ਆ, ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਬਿਹੇਵੀਅਰ ਕੀ ਆ, ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਬਿਹੇਵੀਅਰ, ਉਹਦੇ ਬਾਰੇ ਗੱਲ ਹੋ ਰਹੀ ਹੈ। ਉਹਨਾਂ ਦਾ ਬਿਹੇਵੀਅਰ ਕੀ ਹੈ? ਟੂ EMPLOY ਮਤਲਬ ਕਿਸੇ ਬੰਦੇ ਨੂੰ ਜਾਂ ਕਿਸੇ ਬੁੜੀ ਨੂੰ ਜਾਂ ਕਿਸੇ ਔਰਤ ਨੂੰ, ਕਿਸੇ ਕੁੜੀ ਨੂੰ ਹਾਇਰ ਕਰਨਾ। ਅੱਜ ਦੀ ਡੇਟ ਦੇ ਵਿੱਚ ਵਰਕ ਪਲੇਸਿਸ ਆ ਜਿਹੜੀਆਂ, ਉਹ ਟੈਂਡ ਟੂ EMPLOY ਮਤਲਬ ਕਿ ਉਹਨਾਂ ਨੂੰ ਹਾਇਰ ਕਰਦੀਆਂ। ਕਿਸ ਤਰੀਕੇ ਨਾਲ ਹਾਇਰ ਕਰਦੀਆਂ? ਇਕੁਅਲ ਨੰਬਰ, ਇਕੁਅਲ ਮਤਲਬ ਬਰਾਬਰ ਦਾ, 50-50% ਮਤਲਬ ਕਿ ਇਕੁਅਲ ਹਾਇਰ ਕਰਦੀਆਂ। ਨੰਬਰ ਆਫ ਕਾਹਦਾ? ਮੈਨ ਐਂਡ ਵੂਮਨ। ਜੇ ਕਿਸੇ ਕੰਪਨੀ ਦੇ ਵਿੱਚ, ਜੇ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਜੇ ਕਿਸੇ ਇੰਸਟੀਟਿਊਸ਼ਨ ਦੇ ਵਿੱਚ 10 EMPLOY ਆ, ਉਹ 'ਚ 5 ਕੁੜੀਆਂ ਤੇ 5 ਮੁੰਡੇ, 5 ਮੇਲਸ ਤੇ 5 ਫੀਮੇਲਸ, 5 ਮੈਨ ਐਂਡ 5 ਵੂਮਨ। ਮਤਲਬ ਕਿ ਵੀ ਅੰਡਰਸਟੂਡ ਦੈਟ ਕਿ ਉਹਨਾਂ ਨੇ ਕਿਹਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਕੰਪਨੀਆਂ ਆ, ਉਹ ਜਦੋਂ ਬੰਦਿਆਂ ਨੂੰ ਹਾਇਰ ਕਰਦੀਆਂ, EMPLOY ਕਰਦੀਆਂ, ਆਪਣੇ ਕੰਮ ਤੇ ਰੱਖਦੀਆਂ, ਤਾਂ ਉਹ ਇਕੁਅਲ ਨੰਬਰ ਆਫ ਮੈਨ ਐਂਡ ਵੂਮਨ ਨੂੰ ਰੱਖਦੀਆਂ। ਵਰਕਰਸ, that means EMPLOYs, ਵਰਕਰਸ, EMPLOYs ਜਿਹੜੇ ਉੱਥੇ ਕੰਮ ਕਰਦੇ ਆ, ਮਤਲਬ ਜਿਹੜੇ ਕੰਮ, ਜਿਹੜੇ ਕਰਿੰਦੇ ਉਹ ਰੱਖਦੇ ਆ, ਉਹ ਬਰਾਬਰ ਦੇ ਬੰਦੇ ਤੇ ਬੁੜੀਆਂ ਨੂੰ ਬਰਾਬਰ ਦਾ ਜਿਹੜਾ ਤਰਾਜੂ ਤੇ ਤੋਲ ਕੇ ਰੱਖਦੇ ਕਿ ਜੇ ਅਸੀਂ 10 ਬੰਦੇ ਰੱਖਣੇ ਆ, ਉਹ 'ਚ 5 ਅਸੀਂ ਕੁੜੀਆਂ ਰੱਖਾਂਗੇ, 5 ਅਸੀਂ
ਮੁੰਡੇ ਰੱਖਾਂਗੇ। ਹੁਣ ਇਹ ਡਿਵੈਲਪਮੈਂਟ ਆ ਜਿਹੜੀ, ਦਿਸ ਇਜ਼ ਅ ਡਿਵੈਲਪਮੈਂਟ, ਇੱਕ ਡਿਵੈਲਪਮੈਂਟ ਹੋਇਆ, ਵਾਧਾ ਹੋਇਆ, ਚੰਗਾ ਹੋਇਆ ਮਾੜਾ ਹੋਇਆ ਬਾਅਦ ਦੀ ਗੱਲ ਹੈ, ਪਰ ਇਹ ਇੱਕ ਡਿਵੈਲਪਮੈਂਟ ਹੋਈ ਆ ਅੱਜ ਦੇ ਸਮਾਜ ਦੇ ਵਿੱਚ। ਅੱਜ ਦਾ ਇੱਕ ਨੇਚਰ ਆਫ ਬਿਜ਼ਨਸ ਹੋ ਗਿਆ, ਅੱਜ ਕੰਪਨੀਆਂ ਦਾ ਕੰਮ ਕਰਨ ਦਾ ਤਰੀਕਾ ਹੋ ਗਿਆ ਕਿ ਉਹ ਮੁੰਡੇ ਤੇ ਕੁੜੀਆਂ ਨੂੰ ਬਰਾਬਰ ਦਾ ਰੱਖਦੇ ਆ। ਮੁੰਡੇ ਤੇ ਕੁੜੀਆਂ ਨੂੰ ਬਰਾਬਰ ਦਾ ਇਹ ਨਹੀਂ ਮਤਲਬ ਕਿ ਆਫਿਸ ਦੇ ਵਿੱਚ ਕੰਮ ਕਰ ਰਿਹਾ ਸਾਰਿਆਂ ਨੂੰ ਰਾਈਟਸ ਬਰਾਬਰ ਦਿੱਤੇ ਗਏ, ਤੇ ਰਾਈਟਸ ਦੀ ਗੱਲ ਨਹੀਂ ਹੋ ਰਹੀ ਇੱਥੇ, ਗੱਲ ਹੋ ਰਹੀ ਹੈ ਨੰਬਰ ਆਫ EMPLOYEES ਦੀ। ਮੈਂਸ਼ਨ ਕਰਿਓ ਨੰਬਰ ਆਫ EMPLOYEES, ਧਿਆਨ ਦਿਓ ਨੰਬਰ ਆਫ EMPLOYEES, ਕਿ ਜੇ 5 ਟੀਚਰ ਤੇ ਮੁੰਡੇ ਆ ਤਾਂ 5 ਟੀਚਰ ਕੁੜੀਆਂ, ਜੇ 2 ਟੀਚਰ ਮੁੰਡੇ ਆ ਤਾਂ 2 ਹੀ ਟੀਚਰ ਕੁੜੀਆਂ। ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦਾ ਕਰਦੀਆਂ ਜਾਂ ਕੁਝ ਕੰਪਨੀਆਂ ਇਦਾਂ ਕਰਦੀਆਂ। ਇਹ ਆਪਾਂ ਨੂੰ ਲਿਖ ਕੇ ਗਿਵਨ ਸਟੇਟਮੈਂਟ ਆ। ਹੁਣ ਇਹ ਸਟੇਟਮੈਂਟ ਤੁਸੀਂ ਮੰਨੋ ਨਾ ਮੰਨੋ, ਆਈ ਡੋਂਟ ਕੇਅਰ, ਜਾਂ ਐਗਜ਼ਾਮੀਨਰ ਇਸ ਚੀਜ਼ ਦੀ ਕੇਅਰ ਨਹੀਂ ਕਰਦਾ, ਤੁਹਾਨੂੰ ਆਹ ਸਟੇਟਮੈਂਟ ਆਪਾਂ ਨੂੰ ਮੰਨਣਾ ਪੈਣਾ ਕਿ ਸੱਚ ਆ। ਆਪਾਂ ਨੂੰ ਆਹ ਸਟੇਟਮੈਂਟ ਦਿੱਤੀ ਗਈ ਆ, ਆਪਾਂ ਇਹਨੂੰ ਡਿਨਾਈ ਨਹੀਂ ਕਰ ਸਕਦੇ, ਆਪਾਂ ਨੂੰ ਐਕਸੈਪਟ ਕਰਨਾ ਹੀ ਪੈਣਾ। ਬਟ ਹੁਣ ਤੁਹਾਡੇ ਅਕੋਰਡਿੰਗ ਵਾਟ ਡੂ ਯੂ ਥਿੰਕ, ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਸੋਚਦੇ ਹੋ ਆਪਣੇ ਓਪੀਨੀਅਨ ਦੇ ਅਕੋਰਡਿੰਗ ਕਿ ਕੀ ਇਹ ਇੱਕ ਪੋਜ਼ਿਟਿਵ ਜਾਂ ਨੈਗੇਟਿਵ ਡਿਵੈਲਪਮੈਂਟ ਆ? ਡਿਵੈਲਪਮੈਂਟ ਮਤਲਬ ਤਰੱਕੀ, ਕੋਈ ਨਾ ਕੋਈ ਤਰੱਕੀ ਤਾਂ ਹੋਈ ਹੈ ਨਾ। ਕਈ ਵਾਰੀ ਬੰਦਾ ਚੰਗੀ ਤਰੱਕੀ ਕਰਦਾ, ਕੋਈ ਮਾੜੀ ਤਰੱਕੀ ਕਰਦਾ, ਕੋਈ ਉੱਪਰ ਨੂੰ ਜਾਂਦਾ, ਕੋਈ ਥੱਲੇ ਨੂੰ ਜਾਂਦਾ, ਕੋਈ ਅੱਗੇ ਨੂੰ ਵੱਧਦਾ, ਕੋਈ ਪਿੱਛੇ ਨੂੰ ਵੱਧਦਾ। ਇਹ ਕਿਹੜੀ ਤਰੱਕੀ ਹੈ? ਕੀ ਇਹ ਚੰਗੀ ਹੈ ਕਿ ਮਾੜੀ ਹੈ? ਕੀ ਇਹਦਾ ਜਿਹੜਾ ਰਿਜ਼ਲਟ ਆ ਪੋਜ਼ਿਟਿਵ ਆ ਕਿ ਇਹਦਾ ਰਿਜ਼ਲਟ ਨੈਗੇਟਿਵ ਆ? ਇਹ ਆਪਾਂ ਫਿਗਰ ਆਊਟ ਕਰਨਾ ਆਪਣੇ ਵਿਚਾਰਾਂ ਦੇ ਹਿਸਾਬ ਦੇ ਨਾਲ। ਤਾਂ ਤੁਹਾਡੇ ਵਿਚਾਰ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਕਲੀਅਰ ਹੋਣੇ ਚਾਹੀਦੇ ਆ ਅਕੋਰਡਿੰਗ ਟੂ ਦੀ ਟੌਪਿਕ, ਕਿ ਟੌਪਿਕ ਕੀ ਆ, ਉਹਦੇ ਅਕੋਰਡਿੰਗ ਤੁਹਾਡੇ ਵਿਚਾਰ ਸਭ ਤੋਂ ਜ਼ਿਆਦਾ ਕਲੀਅਰ ਹੋਣੇ ਚਾਹੀਦੇ ਆ। ਹੁਣ ਪਹਿਲਾਂ ਆਪਾਂ ਆਈਡੀਆਜ਼ ਨੂੰ ਡਿਸਕਸ ਕਰਦੇ ਹਾਂ ਕਿ ਕਿਸ ਤਰੀਕੇ ਦੇ ਆਈਡੀਆਜ਼ ਇਸ ਟੌਪਿਕ ਦੇ ਵਿੱਚ ਹੋ ਸਕਦੇ ਆ। ਪਹਿਲਾਂ ਹੁਣ 2 ਸਾਈਡਸ ਆ ਇਸ ਐਸੇ ਦੀਆਂ, ਪੋਜ਼ਿਟਿਵ ਐਂਡ ਨੈਗੇਟਿਵ। ਸਟੇਟਮੈਂਟ ਸਮਝ ਲੱਗ ਗਈ? ਯੈਸ অর ਨੋ? ਤੁਹਾਨੂੰ ਪਤਾ ਲੱਗ ਗਿਆ ਕਿ ਸਟੇਟਮੈਂਟ ਕਹਿ ਕੀ ਰਹੀ ਆ? ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਟੇਟਮੈਂਟ ਡਿਮਾਂਡ ਕੀ ਕਰਦੀ ਆ? ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਉਹ ਪੁੱਛ ਰਿਹਾ ਕਿ ਡੂ ਯੂ ਥਿੰਕ ਦਿਸ ਇਜ਼ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ। ਪਰ ਆਪਣੀ ਸਟੇਟਮੈਂਟ ਆਹ ਵਾ। ਹੁਣ ਆਪਾਂ ਨੂੰ ਪੋਜ਼ਿਟਿਵ ਸੋਚੀਏ ਨੈਗੇਟਿਵ ਸੋਚੀਏ ਬਾਅਦ ਦੀ ਗੱਲ ਆ, ਆਪਾਂ ਨੂੰ ਪੋਜ਼ਿਟਿਵ ਵੀ ਸੋਚਦੇ ਆ ਨੈਗੇਟਿਵ ਸੋਚਦੇ ਆ ਬਾਅਦ ਦੀ ਗੱਲ ਆ। ਪਰ ਆਪਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਦੈਟ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ਾਂ ਹੋ ਕਿਉਂ ਰਹੀਆਂ। ਪਹਿਲਾਂ ਇਹਦੇ ਟੌਪਿਕ ਨੂੰ ਸਮਝਣ ਦੀ ਲੋੜ ਆ। ਇਕੁਅਲ ਨੰਬਰ ਆਫ EMPLOYEES, ਮੈਨ ਐਂਡ ਵੂਮਨ, ਇਕੁਅਲ ਨੰਬਰ ਆਫ EMPLOYEES ਨੂੰ ਹਾਇਰ ਕਰਨ ਦਾ ਫਾਇਦਾ ਕੀ ਹੈ? ਪਹਿਲਾਂ ਹਾਊ ਇਟ ਇਜ਼ ਪੋਜ਼ਿਟਿਵ, ਪਹਿਲਾ ਸਵਾਲ ਉੱਠਦਾ ਹਾਊ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ। ਸੋਚ ਕੇ ਦੇਖੋ ਕਿ ਪੋਜ਼ਿਟਿਵ ਕਿਉਂ ਆ। ਓਕੇ, ਜੈਂਡਰ ਡਿਸਕ੍ਰਿਮੀਨੇਸ਼ਨ ਘਟੂਗੀ। ਪਹਿਲਾ ਪੁਆਇੰਟ ਦੈਟ ਇਜ਼ ਜੈਂਡਰ ਡਿਸਕ੍ਰਿਮੀਨੇਸ਼ਨ, ਕਿ ਜੈਂਡਰ ਡਿਸਕ੍ਰਿਮੀਨੇਸ਼ਨ ਘਟ ਜੂਗੀ ਕਿ ਜਦੋਂ ਭੇਦਭਾਵ ਦੀ ਗੱਲ ਆਉਂਦੀ ਆ, ਜਦੋਂ ਕੰਪੈਰੀਜ਼ਨ ਦੀ ਗੱਲ ਆਉਂਦੀ ਆ, ਕਿਸੇ ਇੱਕ ਆਫਿਸ ਦੇ ਵਿੱਚ ਵਰਕਿੰਗ ਦੀ ਗੱਲ ਆਉਂਦੀ ਆ, ਤਾਂ ਜੈਂਡਰ ਡਿਸਕ੍ਰਿਮੀਨੇਸ਼ਨ ਘਟ ਜਾਊਗਾ। ਜੈਂਡਰ ਡਿਸਕ੍ਰਿਮੀਨੇਸ਼ਨ ਦਾ ਮਤਲਬ ਹੁੰਦਾ ਭੇਦਭਾਵ ਹੋਣਾ। ਜਿੱਥੇ ਹੁਣ 8 ਮੁੰਡੇ ਆ 2 ਕੁੜੀਆਂ ਕੰਮ ਕਰ ਰਹੀਆਂ, ਤਾਂ ਉੱਥੇ ਹੋ ਸਕਦਾ ਕਿ ਚਾਹੇ ਕੰਮ ਦੇ ਜ਼ਰੀਏ, ਫਿਜ਼ੀਕਲੀ, ਮੈਂਟਲੀ, ਬਿਹੇਵੀਅਰਲੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ 2 ਕੁੜੀਆਂ ਹਰਾਸ ਹੋ ਸਕਣ। 2 ਕੁੜੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਰਾਸ ਕੀਤਾ ਜਾ ਸਕਦਾ। ਇਹ ਵੀ ਗੱਲ ਤੋਂ ਉਲਟਾ ਵੀ, ਜੇ 8 ਕੁੜੀਆਂ ਹੋਣ 2 ਹੀ ਮੁੰਡੇ ਹੋਣ, ਉੱਥੇ ਮੁੰਡੇ ਵੀ ਹਰਾਸ ਹੋ ਸਕਦੇ, ਕੁੜੀਆਂ ਵੀ ਬਹੁਤ ਭੈੜੀਆਂ ਦੀ ਡੇਟ ਦੇ ਵਿੱਚ। ਠੀਕ ਹੈ, ਤੇ ਕੀ ਹੈ ਕਿ ਉੱਥੇ ਹਰਾਸਮੈਂਟ ਦੀ ਓਪਰਚੁਨਿਟੀ ਬਣ ਜਾਂਦੀ ਹੈ। ਉੱਥੇ ਇੱਕ ਪਾਰਟੀ ਜ਼ਿਆਦਾ ਹੋ ਜਾਂਦੀ ਹੈ, ਸਿਰਫ ਵੋਟਾਂ ਦਾ ਹਿਸਾਬ ਹੋ ਜਾਂਦਾ ਕਿ ਕਿਹਦੀ ਵੱਲ ਵੱਧ ਵੋਟਾਂ। ਜੇ ਕੋਈ ਕੁੜੀਆਂ ਦਾ ਇਸ਼ੂ ਆ ਤੇ ਕੁੜੀਆਂ 8 ਆ ਤੇ ਮੁੰਡੇ 2 ਆ, ਉਹ ਇਸ਼ੂ ਜੇ ਸੋਲਵ ਹੁੰਦਾ ਤਾਂ ਮੁੰਡਿਆਂ ਨੂੰ ਤਕਲੀਫ ਹੁੰਦੀ ਹੈ, ਤੇ ਉੱਥੇ ਕੁੜੀਆਂ ਜਿੱਤਦੀਆਂ ਕਿਉਂਕਿ ਵੋਟਾਂ ਜ਼ਿਆਦਾ ਪੈ ਰਹੀਆਂ। ਠੀਕ ਆ, ਉੱਥੇ ਮੁੰਡੇ ਕਿਤੇ ਨਾ ਕਿਤੇ ਹਰਾਸ ਹੋ ਸਕਦੇ ਆ। ਤਾਂ ਉੱਥੇ ਡਿਸਕ੍ਰਿਮੀਨੇਸ਼ਨ ਆ ਜਿਹੜਾ ਉਹ ਵੱਧ ਜਾਂਦਾ ਜੇ ਕਿਤੇ ਨੰਬਰ ਆਫ EMPLOYEES ਇਕੁਅਲ ਨਾ ਹੋਣ, ਜੇ ਮੈਨ ਐਂਡ ਵੂਮਨ ਇਕੁਅਲ ਨਾ ਹੋਣ। ਤਾਂ ਜੇ ਉੱਥੇ ਮੈਨ ਐਂਡ ਵੂਮਨ ਇਕੁਅਲ ਹੋਣਗੇ, ਉਹਦਾ ਪੋਜ਼ਿਟਿਵ ਆਊਟਕਮ ਇਹ ਹੁੰਦਾ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਆ ਜਿਹੜੀ ਔਰਤ ਤੇ ਮਰਦ ਦੇ ਵਿੱਚ ਜਿਹੜਾ ਭੇਦਭਾਵ ਕੀਤਾ ਜਾਂਦਾ ਉਹ ਨਹੀਂ ਰਹਿੰਦਾ। ਪਹਿਲਾ ਪੁਆਇੰਟ। ਦੂਜਾ ਪੁਆਇੰਟ, ਹੋਰ ਕੀ ਪੋਜ਼ਿਟਿਵਸ ਇਸ ਚੀਜ਼ ਦੇ, ਹੋਰ ਕੀ ਪੋਜ਼ਿਟਿਵਸ ਆ? ਸਰ ਜੇ ਮਤਲਬ ਹਾਇਰ ਕਰੇ ਜਾਣਗੇ ਇਕੁਅਲ ਨੰਬਰ ਦੇ, ਤਾਂ ਸਰ ਵਿਮਨਸ ਕੋਲ ਆਪਣਾ ਐਕਸਪੀਰੀਅੰਸ ਹੁੰਦਾ ਕੰਮ ਕਰਨ ਦਾ, ਕਿਸੇ ਨੂੰ ਵੀ ਤੇ ਮੈਨ ਕੋਲ ਆਪਣਾ ਹੁੰਦਾ। ਦੇਖੋ, different gender associated problem solving skills, gender associated problem solving skills। ਆਪਣੇ ਕੋਲ ਕਸਟਮਰਸ ਆਉਂਦੇ ਆ, ਸਟੂਡੈਂਟਸ ਆਉਂਦੇ ਆ, ਇਮੀਗ੍ਰੇਸ਼ਨ ਦੇ ਕਲਾਇੰਟਸ ਆਉਂਦੇ ਆ, ਸਟੱਡੀ ਵੀਜ਼ਾ ਦੇ ਕਲਾਇੰਟਸ ਆਉਂਦੇ ਆ। ਕਈ ਵਾਰ ਕੁਝ ਕੁੜੀਆਂ ਨੂੰ ਕੋਈ ਪ੍ਰੋਬਲਮ ਹੋਵੇ, ਠੀਕ ਹੈ, ਜਿਹੜੀਆਂ ਉਹ ਮੁੰਡਿਆਂ ਨਾਲ ਸ਼ੇਅਰ ਨਹੀਂ ਕਰ ਸਕਦੀਆਂ ਜਾਂ ਮੇਲ ਲੀਡਰਸ ਨਾਲ ਸ਼ੇਅਰ ਨਹੀਂ ਕਰ ਸਕਦੀਆਂ। ਜੇ ਉੱਥੇ ਕਿਤੇ ਕੁੜੀਆਂ ਹੋਣ ਤਾਂ ਉਹ ਸਾਡੀ ਜਗ੍ਹਾ ਤੇ ਉਹ ਜੇ ਉਹਨਾਂ ਨਾਲ ਡੀਲ ਕਰਨ ਤਾਂ ਜ਼ਿਆਦਾਤਰ ਵਧੀਆ ਤਰੀਕੇ ਨਾਲ ਸੋਲਵ ਹੋ ਜਾਂਦਾ। ਕਿਸੇ ਨੂੰ ਮੈਰਿਜ ਦਾ ਇਸ਼ੂ ਹੁੰਦਾ, ਕਿਸੇ ਨੂੰ ਫੈਮਿਲੀ ਇਸ਼ੂ ਹੁੰਦਾ, ਉਹਨੇ ਤਾਂ ਬਾਹਰ ਜਾਣਾ ਹੁੰਦਾ, ਕਿਸੇ ਨੂੰ 100 ਤਰੀਕਿਆਂ ਦੇ ਇਸ਼ੂਜ਼ ਹੁੰਦੇ ਆ ਜੋ ਇੱਕ ਕੁੜੀ ਮੇਲ ਨਾਲ ਸ਼ੇਅਰ ਨਹੀਂ ਕਰ ਸਕਦੀ ਤੇ ਮੇਲ ਕਿਸੇ ਕੁੜੀ ਨਾਲ ਸ਼ੇਅਰ ਨਹੀਂ ਕਰ ਸਕਦਾ। ਤਾਂ ਇਕੁਅਲ, ਜੇ ਹੁਣ ਇੱਕ ਕਾਉਂਸਲਰ ਹਾਇਰ ਕੀਤਾ ਤਾਂ ਕਾਉਂਸਲਰ ਇੱਕ ਮੁੰਡਾ ਵੀ ਆਊਗਾ, ਕੁੜੀ ਵੀ ਆਊਗੀ, ਤਾਂ ਜਿਹੜੀ ਕੁੜੀ ਨੇ ਕੁੜੀ ਨਾਲ ਗੱਲ ਕਰਨੀ ਹੈ ਕੁੜੀ ਨਾਲ ਕਰ ਸਕਦੀ, ਜਿਹੜੀ ਮੁੰਡੇ ਨੇ ਮੁੰਡੇ ਨਾਲ ਕਰਨੀ ਹੈ ਮੁੰਡੇ ਨਾਲ ਕਰ ਸਕਦੀ ਹੈ। ਸੋ ਦੈਟ ਕਿ ਵਰਕ ਐਫੀਸ਼ੀਐਂਸੀ ਜ਼ਿਆਦਾ ਨਿਕਲੇ, ਕਸਟਮਰ ਦੀ ਕੰਫਰਟੇਬਿਲਿਟੀ ਜ਼ਿਆਦਾ ਨਿਕਲੇ। ਜਿਹੜੀ ਜੈਂਡਰ ਬੇਸਡ ਸਕਿੱਲਸ ਆ,
ਜਿੱਥੇ ਕੁੜੀ ਨੇ ਕੰਮ ਕਰਨਾ ਉੱਥੇ ਕੁੜੀ ਹੀ ਕਰ ਸਕੇ, ਜਿੱਥੇ ਮੁੰਡੇ ਨੇ ਕੰਮ ਕਰਨਾ ਉੱਥੇ ਮੁੰਡਾ ਹੀ ਕਰ ਸਕੇ। ਸੋ ਦਿਸ ਇਜ਼ ਦੀ ਅਦਰ ਪੁਆਇੰਟ। ਹੋਰ ਕੀ ਪੋਜ਼ਿਟਿਵਸ ਇਹਦੇ ਵਿੱਚ ਆਪਾਂ ਨੂੰ, ਹੋਰ ਕੀ ਪੋਜ਼ਿਟਿਵਸ ਮਿਲਦੇ ਆ? ਹੋਰ ਵੀ ਬਹੁਤ ਸਾਰੇ ਪੋਜ਼ਿਟਿਵਸ ਆ। ਉਹ ਇਸ ਤਰੀਕੇ ਨਾਲ ਪੋਜ਼ਿਟਿਵ ਆ, ਜਿੱਥੇ ਜਿੱਥੇ ਬਰਾਬਰ ਦੇ EMPLOYEES ਹੁੰਦੇ ਆ ਉੱਥੇ ਇੱਕ এনवायरमेंट ਆ ਜਿਹੜਾ ਉਹ ਚੇਂਜ ਹੋਣ ਲੱਗ ਜਾਂਦਾ। ਜਿੱਥੇ ਇਕੱਲੇ ਮੁੰਡੇ ਹੁਣ ਤੁਸੀਂ ਦੇਖੋ ਉਹਨਾਂ ਆਫਿਸਿਸ ਦੇ ਵਿੱਚ ਖਲਾਰਾ ਜ਼ਿਆਦਾ ਹੁੰਦਾ, ਠੀਕ ਹੈ, ਖਲਾਰਾ ਜ਼ਿਆਦਾ ਹੁੰਦਾ, ਕੰਮ ਵੀ ਜ਼ਿਆਦਾ ਹੁੰਦਾ, ਨੋ ਡਾਊਟ। ਪਰ ਜਿੱਥੇ ਇਕੱਲੀਆਂ ਕੁੜੀਆਂ ਹੋਣ ਤਾਂ ਸਫਾਈ ਬਹੁਤ ਹੁੰਦੀ, ਕੰਮ ਘੱਟ ਹੁੰਦਾ, ਠੀਕ ਹੈ। ਤਾਂ ਬੇਸਿਕਲੀ ਅੱਡ ਅੱਡ ਬਿਹੇਵੀਅਰ ਆ, ਜੈਂਡਰ ਬੇਸਡ ਬਿਹੇਵੀਅਰਸ ਆ। ਜੇ ਦੋਨੋਂ ਮਿਕਸ ਹੋ ਕੇ ਚੱਲਣਗੇ, ਮਿਕਸਡ ਕਲਚਰ ਬਿਹੇਵੀਅਰ ਚੱਲੂਗਾ ਤਾਂ ਥੋੜਾ ਜਿਹਾ ਉਹਦਾ ਪੋਜ਼ਿਟਿਵ ਆਊਟਕਮ ਇਹ ਨਿਕਲਦਾ ਕਿ ਵਰਕ ਐਫੀਸ਼ੀਐਂਸੀ ਕਿਸੇ ਵੀ ਕੰਪਨੀ ਦੀ ਵੱਧ ਜਾਂਦੀ ਹੈ। ਇਹ ਚੀਜ਼ ਆ। ਹੁਣ ਗੱਲ ਕਰੀਏ ਨੈਗੇਟਿਵਸ ਦੀ। ਕੀ ਨੈਗੇਟਿਵ ਇੰਪੈਕਟਸ ਕੀ ਹੈ ਇਹਨਾਂ ਚੀਜ਼ਾਂ ਦੇ? ਨੈਗੇਟਿਵ ਇੰਪੈਕਟਸ ਕੀ ਹੈ? ਨੈਗੇਟਿਵ ਇੰਪੈਕਟਸ ਕੋਈ ਦੱਸ ਸਕਦਾ ਕੀ ਹੈ ਨੈਗੇਟਿਵ ਇੰਪੈਕਟਸ? ਬੋਲੋ ਬਈ, ਨੈਗੇਟਿਵ ਇੰਪੈਕਟਸ ਕੀ ਹੋ ਸਕਦੇ ਆ ਜੇ ਬਰਾਬਰ ਦੇ EMPLOYEES ਰੱਖੇ ਜਾਣ ਤਾਂ? ਦੱਸੋ ਕੀ ਕੋਈ ਤਾਂ ਨੈਗੇਟਿਵ ਹੋਊਗਾ, ਲੱਭੋ। ਜੇ ਕੁੜੀਆਂ ਜ਼ਿਆਦਾ ਰੱਖ ਲਈਆਂ ਜਾਂ ਮੁੰਡੇ ਜ਼ਿਆਦਾ ਰੱਖ ਲਏ, ਕੀ ਉਹਦਾ ਨੁਕਸਾਨ ਆ? ਜੇ ਬਰਾਬਰ ਦੇ EMPLOYEES ਨਹੀਂ ਹਾਇਰ ਕੀਤੇ ਤਾਂ ਕੀ ਨੁਕਸਾਨ ਆ? ਹੁਣ ਪਰਸਨਲੀ ਤੁਸੀਂ, ਤੁਹਾਡੇ ਕੋਲ ਆਨਸਰ ਨਹੀਂ ਹੈਗਾ ਇਸ ਚੀਜ਼ ਦਾ। ਕਿਉਂ ਨਹੀਂ ਆਨਸਰ ਹੈਗਾ? ਕਿਉਂਕਿ ਤੁਸੀਂ ਜ਼ਿਆਦਾਤਰ ਬਿਲੀਵ ਕਰਦੇ ਹੋ ਕਿ ਇਹਦੇ ਪੋਜ਼ਿਟਿਵ ਆਊਟਕਮ ਆ। ਬਹੁਤ ਵਾਰੀ ਇਦਾਂ ਹੁੰਦਾ ਕਿ ਇਹੋ ਜਿਹੀ ਸਿਚੁਏਸ਼ਨ ਐਗਜ਼ਾਮ ਦੇ ਵਿੱਚ ਵੀ ਆਉਂਦੀ ਹੈ, ਠੀਕ ਹੈ, ਕਿ ਆਪਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਪੋਜ਼ਿਟਿਵ ਤਾਂ ਆਪਾਂ ਨੂੰ ਪਤਾ, ਪਰ ਇਸ ਚੀਜ਼ ਦਾ ਨੈਗੇਟਿਵ ਨਹੀਂ ਆਪਾਂ ਨੂੰ ਪਤਾ ਲੱਗ ਰਿਹਾ ਕੀ ਹੈ। ਹੁਣ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ, ਕੀ ਕਰਾਂਗੇ? ਠੀਕ ਹੈ, ਆਪਾਂ ਨੂੰ ਪਤਾ ਲੱਗ ਗਿਆ ਕਿ ਪੋਜ਼ਿਟਿਵ ਵਾਸਤੇ ਆਪਣੇ ਕੋਲ 2-3 ਪੁਆਇੰਟ ਹੈਗੇ ਆ, ਪਰ ਨੈਗੇਟਿਵ ਵਾਸਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਯਾਰ ਬਰਾਬਰ ਦੇ EMPLOYEES ਰੱਖਣ ਦਾ ਨੈਗੇਟਿਵਸ ਵੀ ਕੀ ਹੋ ਸਕਦੇ ਆ। ਕੋਈ ਨੈਗੇਟਿਵ ਨਹੀਂ ਹੋ ਸਕਦੇ ਆ। ਜਿਵੇਂ ਕਿਉਂਕਿ ਇਹੋ ਜਿਹੀ ਕੰਪਨੀ ਆ ਜਿੱਥੇ ਮੈਨ ਪਾਵਰ ਦੀ ਜ਼ਿਆਦਾ ਲੋੜ ਆ, ਜਿੱਥੇ ਫਿਜ਼ੀਕਲ ਵਰਕ ਦੀ ਜ਼ਿਆਦਾ ਲੋੜ ਆ, ਉੱਥੇ ਬੰਦੇ ਦੀ ਲੋੜ, ਤੇ ਸਾਰੀਆਂ ਕੁੜੀਆਂ ਰੱਖ ਲਓਗੇ, ਕੰਮ ਘੱਟ ਹੁੰਦਾ, ਠੀਕ ਹੈ। ਉਹ ਜਗ੍ਹਾ ਜਿੱਥੇ ਕੁੜੀਆਂ ਦੀ ਜ਼ਿਆਦਾ ਜ਼ਰੂਰਤ ਆ, ਜਿਵੇਂ ਕਿ ਤੁਸੀਂ ਕਹੋ ਸਿਲਾਈ ਕਢਾਈ ਦਾ ਕੰਮ, ਉਹਦੇ ਸਾਰੇ ਬੰਦੇ ਉੱਥੇ ਬਣਾ ਕੇ ਬੇਵਕੂਫ ਜਿਹੇ ਬਿਠਾਏ ਹੋਣ, ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ, ਉਹਦਾ ਕੀ ਫਾਇਦਾ? ਤਾਂ ਅੱਡ-ਅੱਡ ਕੈਟੇਗਰੀਜ਼ ਆ। ਉਹ ਕੰਪਨੀਜ਼ ਜਿੱਥੇ ਕੈਟੇਗਰੀ ਵਾਈਜ਼, ਜੈਂਡਰ ਵਾਈਜ਼ ਕੈਟੇਗਰੀ ਆ ਬਿਜ਼ਨਸ ਦੀ, ਜਿੱਥੇ ਬੰਦਿਆਂ ਦੀ ਲੋੜ ਆ, ਲੇਬਰ ਦੀ ਲੋੜ ਆ, ਉੱਥੇ ਬੰਦੇ ਕੰਮ ਕਰਨਗੇ। ਜਿੱਥੇ ਕੁੜੀਆਂ ਦੀ ਲੋੜ ਆ, ਸਿਲਾਈ ਕਢਾਈ ਦਾ ਕੰਮ ਆ ਜਾਂ ਕੋਈ ਹੋਰ ਕੰਮ ਆ ਜਿਹੜਾ ਕੁੜੀਆਂ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੀਆਂ, ਕੁੜੀਆਂ ਜ਼ਿਆਦਾ ਸ਼ੌਕ ਨਾਲ ਕਰਨਾ। ਮੈਂ ਇਹ ਨਹੀਂ ਕਹਿ ਰਿਹਾ, ਮੇਰੀ ਸਟੇਟਮੈਂਟ ਇਹ ਨਹੀਂ ਹੈ ਕਿ ਕੁੜੀਆਂ ਨੂੰ ਸਿਲਾਈ ਕਢਾਈ ਕਰਨੀ ਚਾਹੀਦੀ ਹੈ ਜਾਂ ਬੰਦਿਆਂ ਨੂੰ ਲੇਬਰ ਕਰਨੀ ਚਾਹੀਦੀ ਹੈ। ਮੇਰੇ ਕਹਿਣ ਦਾ ਮਤਲਬ ਆ, ਜੋ ਕਲਚਰਲ ਆਪਾਂ ਦੇਖਦੇ ਆ ਰਹੇ ਹਾਂ, ਜੋ ਆਪਾਂ ਸਮਝਦੇ ਆ ਰਹੇ ਹਾਂ ਕਿ ਕੁੜੀਆਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਸ਼ੌਕ ਨਾਲ ਕਰਦੀਆਂ, ਤਾਂ ਸ਼ੌਕ ਨਾਲ ਕਰਦੀਆਂ ਤਾਂ ਕਰਕੇ ਉੱਥੇ ਜ਼ਿਆਦਾ ਉਹ ਐਫੀਸ਼ੀਐਂਟ ਹੁੰਦੀਆਂ, ਠੀਕ ਹੈ। ਜੇ ਹੁਣ ਅਸੀਂ ਇਮੀਗ੍ਰੇਸ਼ਨ ਦਾ ਕੰਮ ਸ਼ੌਕ ਨਾਲ ਕਰਦੇ ਆ, ਪੜਾਉਂਦੇ ਸ਼ੌਕ ਨਾਲ, ਤਾਂ ਅਸੀਂ ਜ਼ਿਆਦਾ ਐਫੀਸ਼ੀਐਂਟ ਹੁੰਦੇ ਆ ਉਸ ਚੀਜ਼ ਦੇ ਉੱਤੇ, ਜਿਹੜੀ ਚੀਜ਼ ਦਾ ਸਾਨੂੰ ਸ਼ੌਕ ਹੋਵੇ। ਕਈ ਕੁੜੀਆਂ ਹੁੰਦੀਆਂ ਜਿਹਨਾਂ ਨੂੰ ਪਾਇਲਟ ਬਣਨ ਦਾ ਜ਼ਿਆਦਾ ਸ਼ੌਕ ਹੁੰਦਾ, ਉਹ ਫਿਰ ਪਾਇਲਟ ਬਣਦੇ ਜ਼ਿਆਦਾ ਐਫੀਸ਼ੀਐਂਟ ਰਹਿ ਪਾਉਂਦੀਆਂ, ਉਦਾਂ ਨਹੀਂ ਐਫੀਸ਼ੀਐਂਟ ਰਹਿ ਪਾਉਂਦੀਆਂ। ਤਾਂ ਅੱਡ-ਅੱਡ ਕੈਟੇਗਰੀਜ਼ ਹੁੰਦੀ ਹੈ ਹਿਊਮਨ ਟੂ ਹਿਊਮਨ, ਉਸ ਤਰੀਕੇ ਨਾਲ ਆਪਾਂ ਕਹਿ ਰਹੇ ਹਾਂ। ਤਾਂ ਨੈਗੇਟਿਵਸ ਵੀ ਇਹ ਹੈਗੇ ਆ, ਪਰ ਪਰਸਨਲੀ ਆਲਮੋਸਟ ਮੈਨੂੰ ਵੀ ਤੇ ਪਰਸਨਲੀ ਸਾਰਿਆਂ ਨੂੰ ਵੀ, ਜਾਂ ਜਿਹੜੇ ਇਸ ਚੀਜ਼ ਨੂੰ, ਇਸ ਸਟੇਟਮੈਂਟ ਨੂੰ ਪੜ੍ਹਨਗੇ, ਉਹਨਾਂ ਨੂੰ ਇਹੀ ਲੱਗਦਾ ਹੋਊਗਾ ਕਿ ਇਸ ਚੀਜ਼ ਦੇ ਜਿਹੜੇ ਪੋਜ਼ਿਟਿਵਸ ਆ ਉਹੀ ਮੇਨ ਆ, ਠੀਕ ਹੈ। ਪਰਸਨਲ ਓਪੀਨੀਅਨ ਆਪਣਾ ਪੋਜ਼ਿਟਿਵਸ ਵੱਲ ਝੁਕੂਗਾ, ਪਰ ਆਪਾਂ ਨੂੰ ਇੱਥੇ ਐਗਜ਼ਾਮੀਨਰ ਨੇ ਪਾਵਰ ਦੇ ਦਿੱਤੀ ਕਿ ਤੁਸੀਂ ਆਪਦਾ ਪਰਸਨਲ ਓਪੀਨੀਅਨ ਰੱਖ ਸਕਦੇ ਹੋ, ਐਂਡ ਉਹਦੇ ਵਿੱਚ ਆਪਾਂ ਨੂੰ ਆਪਸ਼ਨ ਵੀ ਦਿੱਤਾ ਔਰ ਇੱਕ ਚੂਜ਼ ਕਰਨ ਦਾ। ਜੇ ਐਂਡ ਦਿੱਤਾ ਹੁੰਦਾ ਵਟ ਆਰ ਦੀ ਪੋਜ਼ਿਟਿਵਸ ਐਂਡ ਨੈਗੇਟਿਵ ਡਿਵੈਲਪਮੈਂਟਸ ਆਫ ਦਿਸ ਸਟੇਟਮੈਂਟ, ਫਿਰ ਆਪਾਂ ਨੂੰ ਮਜਬੂਰੀ ਦੇ ਨਾਲ ਆਪਾਂ ਨੂੰ ਦੋਨੋਂ ਡਿਸਕਸ ਕਰਨੇ ਪੈਣੇ ਸੀ। ਪਰ ਹੁਣ ਉਹਨੇ ਆਪਾਂ ਨੂੰ ਆਪਸ਼ਨ ਦਿੱਤੀ ਔਰ, ਜਾਂ ਤਾਂ ਪੋਜ਼ਿਟਿਵ ਜਾਂ ਨੈਗੇਟਿਵ। ਤੁਸੀਂ ਦੱਸੋ ਕਿ ਇਹ ਪੋਜ਼ਿਟਿਵ ਆ ਕਿ ਨੈਗੇਟਿਵ ਆ, ਇੱਕ ਦੱਸ ਦਿਓ। ਦੋਨੋਂ ਦੱਸਣਾ, ਦੋਨੋਂ ਦੱਸ ਦਿਓ, ਪਰ ਇੱਕ ਦੱਸੋਗੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਹੁਣ ਆਪਾਂ ਨੂੰ ਪੋਜ਼ਿਟਿਵ ਲੱਗਦਾ, ਆਪਾਂ ਦੋਨੋਂ BPs ਪੋਜ਼ਿਟਿਵ ਡਿਵੈਲਪਮੈਂਟ ਤੇ ਬਣਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਜੇ ਆਪਾਂ ਨੂੰ ਕੋਈ ਸਟੇਟਮੈਂਟ ਨੈਗੇਟਿਵ ਲੱਗੂਗੀ, ਦੋਨੋਂ BPs ਆਪਾਂ ਨੈਗੇਟਿਵ ਡਿਵੈਲਪਮੈਂਟ ਤੇ ਬਣਾ ਸਕਦੇ। ਜੇ ਆਪਾਂ ਨੂੰ ਲੱਗਦਾ ਕਿ ਯਾਰ ਨਹੀਂ, ਕੁਛ ਕੁ ਇਹ ਪੋਜ਼ਿਟਿਵ ਆ, ਕੁਛ ਕੁ ਨੈਗੇਟਿਵ ਆ, ਦੋਨੋਂ ਪਾਸੇ ਆਪਾਂ ਜਾ ਸਕਦੇ ਕਿ ਟੂ ਸਮ ਐਕਸਟੈਂਟ ਆਈ ਥਿੰਕ ਦਿਸ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ, ਬਟ ਵੇਅਰ ਐਜ਼ there are some categories or some circumstances where this type of development is a negative development as well. ਦੋਨੋਂ ਚੀਜ਼ਾਂ ਨੂੰ ਆਪਾਂ ਮੈਂਸ਼ਨ ਕਰ ਸਕਦੇ ਹਾਂ। Now how do we write an intro? ਇੰਟਰੋ ਕਿੱਦਾਂ ਲਿਖਦੇ ਆਪਾਂ? ਪਹਿਲਾਂ ਸਟਰਕਚਰ ਦੇਖ ਲਓ, ਵੀ ਫੋਲੋ ਦੀ ਸੇਮ ਸਟਰਕਚਰ ਫॉर ਆਲਮੋਸਟ ਆਲ ਦੀ ਐਸਐਸ। ਇੰਟਰੋ ਦੇ ਵਿੱਚ ਆਪਾਂ ਇੱਕ ਜਰਨਲ ਸਟੇਟਮੈਂਟ ਕਹਿੰਦੇ ਆ ਜਿਹਨੂੰ, ਫਿਰ ਰੀਰਾਈਟਿੰਗ ਕਹਿੰਦੇ ਆ, ਐਂਡ ਥੀਸਿਸ। ਇਹਨਾਂ ਤਿੰਨਾਂ ਚੀਜ਼ਾਂ ਨੂੰ ਸਮਝ ਲਓ। ਜਰਨਲ ਸਟੇਟਮੈਂਟ, ਵਾਟ ਇਜ਼ ਅ ਜਰਨਲ ਸਟੇਟਮੈਂਟ? ਜਰਨਲ ਸਟੇਟਮੈਂਟ ਉਹ ਸਟੇਟਮੈਂਟ ਆ ਜਿਹੜੀ ਇੱਕ ਨਿਊਜ਼, ਫੈਕਟ, ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਆ ਅਬਾਊਟ ਦੀ ਟੌਪਿਕ ਟੂ ਦੀ ਐਗਜ਼ਾਮੀਨਰ। ਇੱਕ ਇਨਫੋਰਮੇਸ਼ਨ ਜਰਨਲ ਸਟੇਟਮੈਂਟ ਹੁੰਦੀ ਆ, ਇੱਕ ਫੈਕਟ, ਇੱਕ ਖਬਰ, ਇੱਕ ਸਟੇਟਮੈਂਟ। ਜਰਨਲ ਸਟੇਟਮੈਂਟ ਜਿਹੜੀ ਇੱਕ ਫੈਕਟ ਪ੍ਰੋਵਾਈਡ ਕਰੇ, ਕੋਈ ਜਾਣਕਾਰੀ ਪ੍ਰੋਵਾਈਡ ਕਰੇ ਐਗਜ਼ਾਮੀਨਰ ਨੂੰ ਅਬਾਊਟ ਦੀ ਟੌਪਿਕ, ਜਿਹੜੀ ਟੌਪਿਕ ਬਾਰੇ
ਭੇਦਭਾਵ ਨਾ ਰੱਖੇ, ਜਿਹੜੀ ਟੌਪਿਕ ਨੂੰ ਪੋਜ਼ਿਟਿਵ ਨਾ ਕਵੇ ਜਾਂ ਨੈਗੇਟਿਵ ਨਾ ਕਵੇ, ਬਸ ਟੌਪਿਕ ਨੂੰ ਡਿਸਕਸ ਕਰੇ, ਠੀਕ ਹੈ। ਤਾਂ ਤੁਸੀਂ ਕਹ ਲਓ ਉਹ ਜਰਨਲ ਸਟੇਟਮੈਂਟ ਆ। ਨਾਓ ਜਰਨਲ ਸਟੇਟਮੈਂਟ ਇਜ਼ ਨਾਟ ਅ ਕੰਪਲਸਰੀ ਸਟੇਟਮੈਂਟ। ਜਰਨਲ ਸਟੇਟਮੈਂਟ ਕੰਪਲਸਰੀ ਸਟੇਟਮੈਂਟ ਨਹੀਂ ਹੈਗੀ। ਵੈਸੇ ਤਾਂ ਆਇਲਸ ਰਾਈਟਿੰਗ ਦੇ ਵਿੱਚ ਜਾਂ ਆਇਲਸ ਦੇ ਵਿੱਚ ਕੁਝ ਵੀ ਕੰਪਲਸਰੀ ਨਹੀਂ ਹੈਗਾ, ਕਿਹਾ ਜਾਂਦਾ ਕਿ ਬੀਪੀ ਬਣਾਓ, BP2 ਬਣਾਓ, ਕਨਕਲੂਜਨ ਬਣਾਓ। ਵੈਸੇ ਯੂਨੀਵਰਸਿਟੀ ਆਫ ਕੈਂਬਰਿਜ ਦੀ ਗਾਈਡਲਾਈਨਸ ਦੇ ਅਕੋਰਡਿੰਗ ਅੱਜ ਤੱਕ ਕੁਝ ਵੀ ਕੰਪਲਸਰੀ ਨਹੀਂ ਹੈਗਾ ਆਇਲਸ ਦੇ ਵਿੱਚ। ਤੁਸੀਂ ਇੱਕ ਵੀ ਪੈਸੇਜ ਬਣਾਓਗੇ ਉਹਨੂੰ ਐਂਡ ਤੱਕ ਖਤਮ ਕਰ ਦੋਗੇ, ਤੁਸੀਂ ਸਹੀ ਲਿਖਿਆ, ਗ੍ਰਾਮਰ ਸਹੀ ਹੈ, ਟਾਸਕ ਰਿਸਪੌਂਸ ਸਹੀ ਹੈ, ਆਰਗੇਨਾਈਜੇਸ਼ਨ ਸਹੀ ਹੈ, ਤੁਹਾਨੂੰ ਪੂਰੇ ਦੇ ਪੂਰੇ ਬੈਂਡ ਸਕੋਰ ਹੀ ਮਿਲਣਗੇ। ਪਰ ਆਪਾਂ ਬੀਪੀ ਤਾਂ ਕਰਕੇ ਬਣਾਉਂਦੇ ਕਿਉਂਕਿ ਜਦੋਂ ਤੁਸੀਂ ਕਿਸੇ ਟਾਸਕ ਨੂੰ ਸ਼ੁਰੂ ਕਰਦੇ ਆ, ਤੁਸੀਂ ਇੱਕ ਪੈਰਾਗ੍ਰਾਫ, ਤੁਹਾਨੂੰ ਮੈਂ ਕਹਤਾ ਕਿ ਆਪਾਂ ਐਸੇ ਅੱਜ ਤੋਂ ਬਾਅਦ ਬੀਪੀ ਬਣਾਉਣਾ ਹੀ ਨਹੀਂ, ਆਪਾਂ ਇੰਟਰੋਡਕਸ਼ਨ ਬਣਾਉਣੀ ਹੀ ਨਹੀਂ, ਆਪਾਂ ਕਨਕਲੂਜਨ ਬਣਾਉਣਾ ਹੀ ਨਹੀਂ, ਆਪਾਂ ਇੱਕੋ ਪੈਸੇਜ ਦੇ ਵਿੱਚ ਸਾਰਾ ਕੁਝ ਕਰਨਾ। ਤਾਂ ਤੁਸੀਂ ਕੀ ਕਰਨਾ, ਤੁਸੀਂ ਸ਼ੁਰੂ ਕਰਨਾ ਟੌਪਿਕ ਦੇ ਉੱਪਰ, ਤੇ ਜਾਂਦੇ 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 ਪਤਾ ਨਹੀਂ ਗਵਾਂਢੀਆਂ ਦੇ ਵੜ ਜਾਣਾ, ਪਤਾ ਨਹੀਂ ਕਿਹਦੇ ਘਰ ਵੜ ਜਾਣਾ, ਪਤਾ ਨਹੀਂ ਕਿਹਦੀ ਗੱਲ ਕਰ ਦੇਣੀ ਹੈ ਤੁਸੀਂ ਤੁਹਾਡਾ ਜਿਹੜਾ ਟਾਸਕ ਰਿਸਪੌਂਸ ਆ ਉਹ ਉਹਨਾਂ ਨਹੀਂ ਨਿਕਲ ਕੇ ਆਉਣਾ ਜਿੰਨਾ ਤੁਸੀਂ ਸਟੈਪ ਬਾਏ ਸਟੈਪ ਦੇ ਵਿੱਚ ਲੈ ਕੇ ਆ ਸਕਦੇ ਆ। ਤਾਂ ਕਰਕੇ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਕਿ ਆਪਾਂ ਨੂੰ ਮਜਬੂਰੀ ਤੌਰ ਤੇ ਸਾਨੂੰ ਇਹ ਬਣਾਉਣਾ ਪਿਆ ਕਿ ਤੁਸੀਂ ਬੀਪੀ ਬਣਾਓ, ਇੰਟਰੋ ਬਣਾਓ, ਜਰਨਲ ਸਟੇਟਮੈਂਟ ਬਣਾਓ, ਤੇ ਆ ਬਣਾਓ ਤੇ ਉਹ ਬਣਾਓ। ਵੈਸੇ ਪੈਟਰਨ ਦੇ ਵਿੱਚ ਕਿਤੇ ਵੀ ਐਗਜ਼ਿਸਟ ਨਹੀਂ ਕਰਦਾ ਕਿ ਤੁਸੀਂ ਬੀਪੀ ਬਣਾਉਣੇ ਆ ਜਾਂ BP2 ਬਣਾਉਣੇ ਆ, 3 ਬਣਾਉਣੇ ਆ, ਬੀਪੀ ਚਾਹ ਬਣਾਉਣਾ, ਆ ਬੀਪੀ ਚਾਹ ਬਣਾਉਣਾ। ਉਹ ਸਾਨੂੰ ਟ੍ਰੇਨਰਸ ਨੂੰ ਮਜਬੂਰਨ ਇੱਕ ਟੈਕਨੀਕ ਤਿਆਰ ਕਰਨੀ ਪਈ ਸੋ ਦੈਟ ਕਿ ਜਿਹੜੇ ਪੰਜਾਬ ਦੇ ਸਟੂਡੈਂਟਸ ਆ ਉਹ ਉਹਨੂੰ ਆਰਗੇਨਾਈਜ਼ਡ ਵੇ ਦੇ ਵਿੱਚ ਲਿਖ ਸਕਣ, ਟਾਸਕ ਰਿਸਪੌਂਸ ਉਹਨਾਂ ਦਾ ਸਹੀ ਹੋ ਸਕੇ। ਉਹ ਇਸੇ ਤਰੀਕੇ ਨਾਲ ਸਹੀ ਹੋ ਸਕਦਾ ਸੀ। इंट्रोडक्शन ਦੇ ਵਿੱਚ ਜਰਨਲ ਸਟੇਟਮੈਂਟ, ਰੀਰਾਈਟਿੰਗ ਐਂਡ ਥੀਸਿਸ। ਪਹਿਲੀ ਚੀਜ਼ ਜਰਨਲ ਸਟੇਟਮੈਂਟ, दैट इज अ फैक्ट न्यूज़ अबाउट द टॉपिक। ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ, ਨਹੀਂ ਲਿਖਣਾ ਚਾਹੁੰਦੇ ਨਹੀਂ ਲਿਖ ਸਕਦੇ, ਇਟਸ ਨਾਟ ਕੰਪਲਸਰੀ। ਆਪਣੇ ਦਿੱਤੇ ਗਏ ਦ ਗਿਵਨ ਸਟਰਕਚਰ ਬਾਈ ਅ ਸਪੈਸਿਫਿਕ ਟਿਊਟਰ ਇਜ਼ ਡਿਫਰੈਂਟ, ਠੀਕ ਹੈ। ਕੋਈ ਕਹਿੰਦਾ ਕੰਪਲਸਰੀ ਆ, ਕੋਈ ਕਹਿੰਦਾ ਕੰਪਲਸਰੀ ਨਹੀਂ ਹੈ, ਇਹਦੀ ਜ਼ਰੂਰਤ ਨਹੀਂ ਹੈਗੀ। ਮੈਂ ਕਹਿੰਦਾ ਤੁਹਾਡੀ ਮਰਜ਼ੀ ਹੈ, ਕਿਉਂਕਿ ਮੈਨੂੰ ਕੋਈ ਵੀ ਟਾਸਕ, ਮੈਂ ਕੋਈ ਵੀ ਤਰੀਕਾ ਬਿਨਾਂ ਲੌਜਿਕ ਤੋਂ ਨਹੀਂ ਕਰਾਉਂਦਾ, ਕੋਈ ਵੀ ਚੀਜ਼ ਲੌਜਿਕ ਤੋਂ ਬਿਨਾਂ ਨਹੀਂ ਪੜਾਉਂਦਾ। ਲੌਜਿਕ ਇਹ ਕਹਿੰਦਾ ਕਿ ਤੁਸੀਂ ਲਿਖੋ ਨਾ ਲਿਖੋ, ਕਿਤੇ ਵੀ ਪੈਟਰਨ ਦੇ ਵਿੱਚ ਇਹ ਚੀਜ਼ ਨਹੀਂ ਲਿਖੀ ਕਿ ਜਰਨਲ ਸਟੇਟਮੈਂਟ ਹੋਣੀ ਚਾਹੀਦੀ ਹੈ ਜਾਂ ਇੰਟਰੋ ਹੋਣੀ ਚਾਹੀਦੀ ਹੈ ਜਾਂ ਬੀਪੀ ਹੋਣਾ ਚਾਹੀਦਾ, BP2 ਹੋਣਾ ਚਾਹੀਦਾ ਜਾਂ ਕਨਕਲੂਜਨ ਹੋਣਾ ਚਾਹੀਦਾ। ਮੇਨ ਚੀਜ਼ ਆ ਜੇ ਤੁਸੀਂ ਲਿਖ ਸਕਦੇ ਆ, ਜੇ ਤੁਸੀਂ ਇੱਕ ਵਧੀਆ ਲਾਈਨ ਦੇ ਸਕਦੇ ਆ, ਜੇ ਤੁਸੀਂ ਵਧੀਆ ਨਿਊਜ਼ ਦੇ ਸਕਦੇ ਆ, ਵਧੀਆ ਫੈਕਟ ਦੇ ਸਕਦੇ ਆ ਇਨ ਯੋਰ ਟੈਸਟ, ਫਿਰ ਤੁਸੀਂ ਜ਼ਰੂਰ ਲਿਖਿਓ। ਜੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਕੀ ਲਿਖਾਂ, ਤੁਹਾਨੂੰ ਸੋਚਣਾ ਪੈ ਰਿਹਾ ਜਰਨਲ ਸਟੇਟਮੈਂਟ ਨੂੰ, ਫਿਰ ਉਹਨੂੰ ਨਾ ਲਿਖਿਓ, ਸਿੱਧਾ ਰੀਰਾਈਟਿੰਗ ਕਰ ਦਿਓ। ਵਾਟ ਇਜ਼ ਰੀਰਾਈਟਿੰਗ? ਰੀਰਾਈਟਿੰਗ ਇਜ਼ ਰਾਈਟਿੰਗ ਦੀ ਸਟੇਟਮੈਂਟ ਅਗੇਨ ਇਨ ਡਿਫਰੈਂਟ ਵਰਡਸ। ਰੀਰਾਈਟਿੰਗ, ਰੀਫਰੇਜ਼ਿੰਗ, ਆਪਾਂ ਇਹਨੂੰ ਕੁਝ ਵੀ ਕਹਿ ਸਕਦੇ ਆ। ਆ ਉੱਪਰ ਦੀ ਜਿਹੜੀ ਗਿਵਨ ਸਟੇਟਮੈਂਟ, ਡੂ ਯੂ ਥਿੰਕ ਇਟਸ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਤੋਂ ਬਿਨਾਂ ਜਿਹੜੀ ਉੱਪਰ ਸਟੇਟਮੈਂਟ ਦਿੱਤੀ ਗਈ ਆਪਾਂ ਨੂੰ ਆਹ ਵਾਲੀ 2 ਲਾਈਨਸ ਦੀ, ਇਹਨੂੰ ਲਿਖਣਾ, ਦੁਬਾਰਾ ਲਿਖਣਾ ਅਲੱਗ ਸ਼ਬਦਾਂ ਦੇ ਨਾਲ, दैट इज कॉल्ड रीराइटिंग। आई होप कि ਤੁਹਾਨੂੰ ਰੀਰਾਈਟਿੰਗ ਦਾ ਥੋੜਾ ਬਹੁਤ ਪਤਾ ਆਈਡੀਆ ਹੈਗਾ ਕਿਸ ਤਰੀਕੇ ਨਾਲ ਆਪਾਂ ਰੀਰਾਈਟਿੰਗ ਕਰਦੇ ਆ। ਉਹਦੇ ਵਿੱਚ ਆਪਾਂ ਸਿਨੋਨਿਮਸ ਨਾਓ ਡੇਜ਼, ਥੀਸ ਡੇਜ਼ ਔਰ ਇਨ ਟੂਡੇਜ਼ ਵਰਲਡ ਆਪਾਂ ਇਦਾਂ ਕਰ ਸਕਦੇ ਆ। ਸਮ ਵਰਕ ਪਲੇਸਿਸ, ਸਮ ਆਫਿਸਿਸ ਔਰ ਫਿਊ ਆਫਿਸਿਸ, ਫਿਊ ਕੰਪਨੀਜ਼, ਫਿਊ ਆਰਗੇਨਾਈਜੇਸ਼ਨਸ, ਇਦਾਂ ਆਪਾਂ ਕਨਵਰਜ਼ਨ ਕਰਦੇ ਆ, ਸਿਨੋਨਿਮਸ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਪਾਂ ਕਿੱਥੇ 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 ਕਿਹੜੇ ਕਿਹੜੇ ਵਰਡ ਦਾ ਸਿਨੋਨਿਮ ਯੂਜ਼ ਕਰ ਸਕਦੇ ਆ, ਦੋ ਜਿਹੜਾ ਕਿ ਆਪਣਾ ਜਿਹੜਾ ਸਟੇਟਮੈਂਟ ਆ ਉਹ ਰੀਰਾਈਟ ਹੋ ਸਕੇ। ਉਸ ਤੋਂ ਬਾਅਦ ਥੀਸਿਸ। ਥੀਸਿਸ ਮੀਨਸ ਆਨਸਰ। ਆਨਸਰ ਕੱਲਾ ਹੋ ਸਕਦਾ ਕਿ ਮੈਂ ਇਸ ਹਿੱਸੇ ਵਿੱਚ ਕੀ ਕਰਨ ਜਾ ਰਿਹਾ ਜਾਂ ਕੀ ਕਰਨ ਜਾ ਰਹੀ ਹਾਂ, ਤੇ ਇਹ ਵੀ ਹੋ ਸਕਦਾ ਕਿ ਮੈਂ ਕਿਉਂ ਕਰਨ ਜਾ ਰਹੀ ਹਾਂ ਤੇ ਕਿਵੇਂ ਕਰਨ ਜਾ ਰਹੀ ਹਾਂ। ਦੋਨੋਂ ਚੀਜ਼ਾਂ ਹੋ ਸਕਦੀਆਂ ਨੇ, ਠੀਕ ਹੈ। ਕਿਦਾਂ? ਜਿੱਦਾਂ ਫॉर एग्जांपल ਤੁਸੀਂ ਕਹਿੰਦੇ ਅਕੋਰਡਿੰਗ ਟੂ ਮੀ ਦਿਸ ਇਜ਼ ਅ ਪੋਜ਼ਿਟਿਵ, ਦਿਸ ਇਜ਼ ਅ ਕੰਪਲੀਟਲੀ ਔਰ ਦਿਸ ਇਜ਼ ਅ ਕੰਪਲੀਟ ਪੋਜ਼ਿਟਿਵ ਡਿਵੈਲਪਮੈਂਟ as it brings out positive benefits to the society or to the workers or to the employees or to the company or to whatever you want to say, ਜੋ ਤੁਹਾਡੇ ਆਪਣੇ ਵਿਚਾਰ ਨੇ, because you have got the power to give your own opinions, ਠੀਕ ਹੈ। ਤੁਸੀਂ ਇਹ ਰੀਜ਼ਨਿੰਗ ਵੀ ਦੇ ਸਕਦੇ ਆਨਸਰ ਦੇ ਵਿੱਚ, ਥੀਸਿਸ ਵਿੱਚ, ਜਾਂ ਕੱਲਾ ਵੀ ਲਿਖ ਸਕਦੇ। ਇਨ ਦਿਸ ਐਸੇ ਆਈ ਵਿਲ ਬੀ ਐਕਸਪਲੇਨਿੰਗ why equal number of employees according to gender is a positive development। ਮੈਂ ਸਿੱਧਾ ਇਹ ਵੀ ਦੱਸ ਸਕਦੀ ਹਾਂ, ਸਿੱਧਾ ਇਸ ਲਾਈਨ ਲਿਖ ਦੋ ਜਾਂ ਉਹਦਾ ਐਕਸਪਲੇਨ ਕਰ ਦੋ, ਦੋਨੋਂ ਸੇਮ ਚੀਜ਼ ਹੈ। दैट इज हाउ वी मेक एन इंट्रो। पता लग गया? यस और नो? यस सर। एनी डाउट्स ऑन दिस? नो सर। ठीक, ਅੱਗੇ ਚੱਲਦੇ ਹਾਂ, ਥੋੜਾ ਜਿਹਾ ਸਪੀਡ ਨਾਲ ਚੱਲਾਂਗੇ, ਸਮਝਣ ਦੀ ਕੋਸ਼ਿਸ਼ ਕਰਿਓ because we have limited time। ਅੱਗੇ ਹੈਗਾ ਬੀਪੀ। ਬੀਪੀ ਬਣਾਉਣਾ ਅਗੇਨ ਮੈਂ ਤੁਹਾਨੂੰ ਦੱਸਿਆ ਇਟਸ ਨਾਟ ਅ ਕੰਪਲਸਰੀ ਥਿੰਗ ਟੂ ਮੇਕ ਅ ਬੀਪੀ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਕੋ ਪੈਸੇਜ ਦੇ ਵਿੱਚ ਇੰਟਰੋਡਕਸ਼ਨ, BP1 BP2 ਸਾਰੇ ਮੁੱਦੇ ਕਵਰ ਕਰ ਸਕਦੇ ਆ ਤਾਂ ਐਗਜ਼ਾਮ ਦੇ ਵਿੱਚ ਜ਼ਰੂਰ ਕਰਿਓ। ਬਟ ਨਹੀਂ, ਆਪਣਾ ਲੈਵਲ ਉਹਨਾਂ ਨਹੀਂ ਹੈਗਾ ਹਾਲੇ ਤੱਕ, ਤਾਂ ਹੀ ਅਸੀਂ ਇਹ ਚੀਜ਼ ਨੂੰ ਜਨਰੇਟ ਕਰਕੇ ਰੱਖਿਆ। ਟ੍ਰੇਨਰਸ ਨੇ ਹੀ ਇਹ ਚੀਜ਼ ਨੂੰ ਬਣਾਇਆ ਤੇ ਟ੍ਰੇਨਰਸ ਹੀ ਤੁਹਾਨੂੰ ਸਿਖਾਉਂਦੇ ਆ। ਕਾਰਨ ਕੀ? ਇਹਦੇ ਪਿੱਛੇ ਇੱਕ ਸਾਇੰਟਿਫਿਕ ਲੌਜੀਕਲ ਰੀਜ਼ਨ ਹੈ ਕਿ ਤੁਸੀਂ ਇਕੱਠੇ ਇੱਕ ਪੈਸੇਜ ਦੇ ਵਿੱਚ ਸਾਰੀਆਂ ਚੀਜ਼ਾਂ ਨਹੀਂ ਲਿਖਦੇ ਪ੍ਰੋਪਰਲੀ, ਸੋ ਦੈਟ ਵੀ ਮੇਕ ਬੀਪੀਜ਼। ਬੀਪੀ, ਵਾਟ ਇਜ਼ ਅ ਬੀਪੀ? ਬਲੱਡ ਪ੍ਰੈਸ਼ਰ, ਠੀਕ ਹੈ। ਇਟਸ ਬੀਪੀ, ਬੋਡੀ ਪੈਰਾਗ੍ਰਾਫ ਨੂੰ ਕਹਿ ਦਿੰਦੇ ਆ। ਹੁਣ ਮੈਂ ਜਦੋਂ ਪਹਿਲੀ ਵਾਰੀ ਬੀਪੀ ਵਰਡ ਸੁਣਿਆ ਨਾ, ਮੈਨੂੰ ਪਤਾ ਨਹੀਂ ਸੀ ਆਇਲਸ ਕੀ ਹੁੰਦੀ। ਜਦੋਂ ਅੱਜ ਤੋਂ 8-9 ਸਾਲ ਪਹਿਲਾਂ ਸਭ ਤੋਂ ਪਹਿਲੀ ਵਾਰ ਬੀਪੀ ਵਰਡ ਸੁਣਿਆ, ਮੈਂ ਸੋਚੀ ਜਾਂਦਾ ਸੀ, ਜਿੰਨਾ ਮੈਂ ਜਦੋਂ ਜਾ ਰਿਹਾ ਸੀ ਇੰਸਟੀਟਿਊਸ਼ਨ ਦੇ ਵਿੱਚ ਆਪਣੇ ਟੀਚਰ ਕੋਲ ਪੜ੍ਹਨ, ਮੈਂ ਜੀ ਯਾਰ ਬੀਪੀ ਕੀ ਹੋਊਗਾ, ਬੀਪੀ ਕਿਵੇਂ ਹੋਊਗਾ, ਬੀਪੀ ਕਿੱਦਾਂ ਕੀਤਾ ਜਾ ਸਕਦਾ, ਬੀਪੀ ਹੁੰਦਾ ਕੀ ਆ। ਉਹ ਬੀਪੀ ਕਰਕੇ ਮੇਰਾ ਪਹੁੰਚਦੇ ਬਲੱਡ ਪ੍ਰੈਸ਼ਰ ਹਾਈ ਹੋ ਗਿਆ। ਇਹ ਸਮਝ ਨਹੀਂ ਆਈ ਕਿ ਬੀਪੀ ਕੀ ਹੈ। ਬੀਪੀ, ਇਹਨੂੰ ਬੀਪੀ ਨਾ ਕਿਹਾ ਕਰੋ, ਸਿੱਧਾ ਕਹਿ ਰਿਹਾ ਕਰੋ ਪੈਰਾ।
ਸਿੰਪਲ ਪੈਰਾ, ਬੋਡੀ ਪੈਰਾਗ੍ਰਾਫ ਐਡਾ ਵੱਡਾ ਚੌੜਾ ਬਣਾ ਕੇ ਸਟੇਟਮੈਂਟ, ਉਹੀ ਗੱਲ ਹੈ ਨਾ ਕਿ ਚੈਨਲ ਵਾਲਿਆਂ ਵਾਂਗੂ ਆਪਾਂ ਗੱਲ ਕੁਛ ਵੀ ਨਹੀਂ ਬਣਾਈ ਵੱਡੀ ਹੋਈ ਹੈ, ਸਿੰਪਲ ਪੈਰਾ। ਪੈਰੇ ਨਹੀਂ ਬਣਾਉਂਦੇ ਹੁੰਦੇ ਸੀ ਆਪਾਂ ਐਸਿਆਂ ਦੇ ਵਿੱਚ ਜਦੋਂ ਆਪਾਂ ਸਕੂਲ 'ਚ ਕਰਦੇ ਸੀ, ਉਦਾਂ ਹੀ ਇੱਕ ਪੈਰਾਗ੍ਰਾਫ ਆ, ਇਹਨੂੰ ਉਦਾਂ ਹੀ ਨਾਂ ਵੱਡਾ ਦਿੱਤਾ ਗਿਆ ਕਰਕੇ ਆਪਾਂ ਨੂੰ ਦਰਜਾ ਲੱਗਣ ਲੱਗ ਗਿਆ, ਯਾਰ ਇਹ ਬੀਬੀ ਪਤਾ ਨਹੀਂ ਕੀ ਚੀਜ਼ ਹੈ ਕੁਛ ਵੀ ਨਹੀਂ, ਜਸਟ ਨਾਰਮਲ ਪੈਰਾਗ੍ਰਾਫ। ਨਾਰਮਲ ਪੈਰਾਗ੍ਰਾਫ ਆ, ਪੈਰਾਗ੍ਰਾਫ ਦੇ ਵਿੱਚ ਆਪਾਂ 3 ਚੀਜ਼ਾਂ ਕਰਨੀਆਂ, ਅੱਜ ਪੱਲੇ ਬੰਨ ਲਿਓ, ਕੱਲ ਪੱਲੇ ਬੰਨ ਲਿਓ, ਐਂਡ ਤੇ ਤੁਹਾਨੂੰ ਕਰਨੀਆਂ ਇਹੀ ਪੈਣੀਆਂ 3 ਚੀਜ਼ਾਂ, ਉਹ ਫੋਲੋ ਕਰ ਲਓ ਕਿਸੇ ਵੀ ਟੌਪਿਕ ਦੇ ਰਿਲੇਟਡ। 3 ਚੀਜ਼ਾਂ, ਦੈਟ ਇਜ਼ ਸਟੇਟਮੈਂਟ, ਰੀਜ਼ਨਿੰਗ, एग्जाम्पल। स्टेटमेंट, रीजनिंग एंड एग्जाम्पल, 3 चीज़ां, स्टेटमेंट, रीजनिंग, एग्जाम्पल। स्टेटमेंट कारण की है, ਉਹਦਾ उदाहरण की है, मुद्दा की है, कारण की है, उदाहरण की है, मुद्दा की है, कारण की है, उदाहरण की है, मुद्दा की है, कारण की है, उदाहरण की है। मुद्दा की है, मुद्दा यह है कि पहली बीपी ਦੇ ਵਿੱਚ ਜਦੋਂ ਆਪਾਂ ਪਹਿਲਾ बीपी, ਪਹਿਲਾ ਪੈਰਾਗ੍ਰਾਫ, ਵਟਐਵਰ, ਜਦੋਂ ਆਪਾਂ ਪਹਿਲਾ बीपी ਬਣਾ ਰਹੇ ਹਾਂ, ਆਪਾਂ ਪਹਿਲਾ ਪੁਆਇੰਟ ਦੱਸ ਰਹੇ ਹਾਂ ਹਾਊ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ। ਹੁਣ ਪਹਿਲਾ ਪੁਆਇੰਟ ਕੀ ਦੱਸਿਆ ਸੀ ਆਪਾਂ? जेंडर डिस्क्रिमिनेशन। ਤੁਸੀਂ ਕਹਿ ਦੇਣਾ a workplace or an office with equal number of employees according to gender will decrease gender discrimination among people or among employees or among workers। ठीक है, देखते हैं what is this is a statement। ਤੁਸੀਂ clear ਕਰਤਾ ਮੇਰਾ point ਕੀ ਹੈ ਇੱਕ ਲਾਈਨ ਦੇ ਵਿੱਚ, that is the statement। ਹੁਣ ਤੁਸੀਂ ਉਸ statement ਨੂੰ ਸਮਝਾਉਣਾ ਸ਼ੁਰੂ ਕਰ ਦੇਣਾ how it reduces gender discrimination। ਜੈਂਡਰ ਡਿਸਕ੍ਰਿਮੀਨੇਸ਼ਨ ਕਿਵੇਂ ਘਟ ਜਾਂਦਾ ਹੈ ਇਸ ਚੀਜ਼ ਦੇ ਨਾਲ, ਠੀਕ ਹੈ। ਤੁਸੀਂ ਇਹਨੂੰ ਐਕਸਪਲੇਨ ਕਰਨਾ ਸ਼ੁਰੂ ਕਰ ਦੇਣਾ। ਐਕਸਪਲੇਨ ਕਿੱਦਾਂ ਕਰੋਗੇ ਕਿ ਜੀ ਜਦੋਂ ਵੈਨ देयर विल बी इक्वल नंबर ऑफ EMPLOYEES ਇਨ ਸਮਾਲ ਥਿੰਗਸ, ਜਾਂ ਤੁਸੀਂ ਕਹ ਲਓ ਖਾਣ ਪੀਣ ਦੇ ਵਿੱਚ, ਬੈਠਣ ਉੱਠਣ ਦੇ ਵਿੱਚ, ਛੁੱਟੀ ਦੇ ਟਾਈਮ ਨੂੰ ਲੈ ਕੇ, ਹਰ ਗੱਲ ਦੇ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਘਟ ਜੂਗਾ, ਠੀਕ ਹੈ। ਫॉर एग्जांपल ਕੋਈ ਕੁੜੀ ਆ, 9 EMPLOYEES ਕੰਮ ਕਰ ਰਹੇ ਮੁੰਡੇ, ਇੱਕ ਕੁੜੀ ਆ, ਉਹਨੂੰ 15 ਮਿੰਟ ਛੁੱਟੀ ਕਿਤੇ ਲੇਟ ਹੋ ਗਈ, ਉਹ ਕਿਤੇ ਕੰਮ 'ਚ ਬਿਜ਼ੀ ਹੋ ਗਈ, ठीक है। सोसाइटी की सोचूगी कि ये ऑफिस वाले जेंडर डिस्क्रिमिनेट करते हैं, मुंडे सारे 9 ਦੇ 9 ਮੁੰਡੇ ਟਾਈਮ ਤੇ ਚਲੇ ਗਏ, ਇਹ ਕੁੜੀ 15 ਮਿੰਟ ਲੇਟ। ਇਹੀ ਜੇ 5 ਕੁੜੀਆਂ ਹੋਈਆਂ, ਉਹ ਚੋਂ 4 ਚਲੀਆਂ ਗਈਆਂ, ਇੱਕ ਰਹਿ ਗਈ, ਉਹਨੇ ਕਹਿੰਦਾ ਚੱਲ ਇਹਨੂੰ ਕੰਮ ਹੋਊਗਾ, ਬਾਕੀ ਤੇ ਚਲੀਆਂ ਗਈਆਂ। दैट इज हाउ वी इवैल्यूएट थिंग्स, ठीक है। ਤਾਂ ਰੀਜ਼ਨਿੰਗ ਕੀ ਆ, ਉਸੇ ਗਿਵਨ ਸਟੇਟਮੈਂਟ ਨੂੰ ਪ੍ਰੋਪਰ ਰੀਜ਼ਨਿੰਗ ਦੇਣੀ ਹੈ। ਹੁਣ ਕਰਨਾ ਕੀ ਹੈ, ਸਿੰਪਲ ਜੀ ਥਿਊਰੀ ਆ। ਜਦੋਂ ਤੁਸੀਂ ਇੰਟਰੋਡਕਸ਼ਨ ਬਣਾ ਰਹੇ ਹੋ, ਤੁਸੀਂ ਰੀਰਾਈਟਿੰਗ ਕਰ ਰਹੇ ਹੋ, 2 ਲਾਈਨਸ ਰੀਰਾਈਟਿੰਗ ਦੀਆਂ, 2 ਲਾਈਨ ਤੁਹਾਡੀਆਂ ਥੀਸਿਸ ਦੀਆਂ, 4 ਲਾਈਨਾਂ ਹੋ ਗਈਆਂ। ਇੱਥੇ ਵੀ ਕੀ ਕਰਨਾ, 1 ਲਾਈਨ ਸਟੇਟਮੈਂਟ ਦੀ, 2 ਲਾਈਨ ਰੀਜ਼ਨਿੰਗ ਦੀ, 2 ਲਾਈਨ ਐਗਜ਼ਾਮਪਲ ਦੀ, 5 ਲਾਈਨਾਂ ਇਹਦੀਆਂ, 5 ਤੇ 4 9 ਤੇ 5 ਲਾਈਨਾਂ BP2 ਦੀਆਂ, ਕਿੰਨੀਆਂ ਹੋ ਗਈਆਂ? ਹਾਂਜੀ, ਆ ਦੇਖੋ 4 ਲਾਈਨਾਂ ਤੁਹਾਡੀਆਂ ਇੰਟਰੋ ਦੀਆਂ, ਇੱਥੇ 1 ਲਾਈਨ ਤੁਸੀਂ ਲਿਖਣੀ ਹੈ ਸਟੇਟਮੈਂਟ ਦੀ, 2 ਲਾਈਨ ਤੁਸੀਂ ਰੀਜ਼ਨਿੰਗ ਦੇਣੀ ਹੈ, 2 ਲਾਈਨ ਤੁਸੀਂ ਐਗਜ਼ਾਮਪਲ ਦੇਣੀ ਹੈ। 5 ਇਹਦੀਆਂ, 5 BP2 ਦੀਆਂ ਤੇ 4 ਹੀ ਤੁਹਾਡੀਆਂ ਕਨਕਲੂਜਨ ਦੀਆਂ, ਕਿੰਨੀਆਂ ਬਣ ਗਈਆਂ? 18 ਲਾਈਨਾਂ ਬਣ ਗਈਆਂ। 18 ਲਾਈਨਸ, ਇੱਕ ਲਾਈਨ ਜਿਹੜੀ ਆ ਔਨ ਐਵਰੇਜ ਜਦੋਂ ਆਪਾਂ ਪੇਜ ਤੇ ਲਿਖਦੇ ਆ, ਉਹ ਬਣਦੀ ਆ 10 ਤੋਂ ਲੈ ਕੇ 15 ਵਰਡਸ ਦੀ, ਬਣ ਜਾਂਦੀ ਆ 10 ਤੋਂ 15 ਵਰਡ ਦੀ। ਦੈਟ ਮੀਨਸ ਤੁਸੀਂ ਕ੍ਰਾਸ ਕਰਤਾ 200-250 ਵਰਡ ਦੇ ਨੇੜੇ ਤੁਸੀਂ ਜਾ ਵੜੇ ਆ। ਜੇ ਤੁਹਾਡੇ 12 ਵਰਡਸ ਵੀ ਆਉਂਦੇ ਆ ਤੇ ਤੁਸੀਂ 200 ਤੋਂ ਪਾਰ ਕਰ ਗਏ ਆ, ਠੀਕ ਹੈ। ਹੁਣ ਰਿਕੁਆਇਰਮੈਂਟ ਕੀ ਆ? 250 ਵਰਡ ਦੀ। ਜ਼ਰੂਰੀ ਨਹੀਂਗਾ ਕਿ ਐਗਜ਼ੈਕਟ 250 ਹੀ ਚਾਹੀਦਾ, ਤੁਸੀਂ 200 ਤੋਂ ਲੈ ਕੇ 300 ਦੇ ਵਿੱਚ ਵਿੱਚ ਲਿਖਣੇ ਆ। ਜ਼ਰੂਰੀ ਨਹੀਂਗਾ ਕਿ 250 ਵਰਡ ਐਗਜ਼ੈਕਟ ਚਾਹੀਦਾ, 230 ਚਾਹੀਦੇ, 240, 245। ਤੁਸੀਂ ਗਿਣ ਲੱਗ ਗਏ ਨੇ 1 2 3 4 5 6 7 8, ਉੱਥੇ ਅੱਧਾ ਘੰਟਾ ਲਾ ਦਿੰਦੇ ਆ, ਠੀਕ ਹੈ। ਇਦਾਂ ਗਿਣਨਾ ਨਹੀਂਗਾ, ਸਿੰਪਲੀ ਕਾਊਂਟ ਕਰੋ ਕਿ ਤੁਸੀਂ ਇੱਕ ਲਾਈਨ ਦੇ ਵਿੱਚ ਐਵਰੇਜ ਕਿੰਨੇ ਵਰਡਸ ਲਿਖਦੇ ਆ। ਅੱਜ ਹੀ ਕਾਊਂਟ ਕਰ ਲਓ, ਤੁਹਾਨੂੰ ਪਤਾ ਹੋਊਗਾ ਤੁਸੀਂ ਕਿੰਨੀਆਂ ਲਾਈਨਸ ਲਿਖਣੀਆਂ। ਪੈਸੇਜ ਵਾਈਜ਼ ਉਹ ਲਾਈਨਸ ਨੂੰ ਡਿਵਾਈਡ ਕਰੋ, ਉਹਨਾਂ ਕੁ ਮੁੱਦਾ ਆਪਦੀ ਗੱਲ ਕਰੋ। ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਸੀਂ ਇੱਕ ਲਾਈਨ ਦੇ ਵਿੱਚ ਫॉर एग्जांपल 10 ਲਾਈਨਾਂ ਲਿਖਦੇ ਆ, 10 ਵਰਡਸ ਲਿਖਦੇ ਆ ਇੱਕ ਲਾਈਨ ਦੇ ਵਿੱਚ, ਅੱਜ ਹੀ ਕੈਲਕੂਲੇਟ ਕਰ ਲੈਣੀ ਹੈ ਚੀਜ਼ ਨੂੰ। ਔਨ ਐਵਰੇਜ ਪੁਰਾਣੇ ਪੇਜ ਖੋਲ ਕੇ ਦੇਖੋ, ਪਿਛਲੇ ਟਾਸਕ ਖੋਲ ਕੇ ਦੇਖੋ, ਤੁਸੀਂ ਇੱਕ ਲਾਈਨ ਦੇ ਵਿੱਚ ਕਿੰਨੇ ਵਰਡਸ ਲਿਖਦੇ ਆ। ਤੁਹਾਨੂੰ ਪਤਾ ਲੱਗ ਗਿਆ ਕਿ ਤੁਸੀਂ 10 ਵਰਡਸ ਲਿਖਦੇ ਆ, ਆਟੋਮੈਟਿਕਲੀ 250 ਵਰਡ ਪੂਰਾ ਕਰਨ ਵਾਸਤੇ ਤੁਹਾਨੂੰ 25 ਲਾਈਨਾਂ ਚਾਹੀਦੀਆਂ। ਹੁਣ 25 ਲਾਈਨਾਂ ਨੂੰ ਇਹਨਾਂ ਵਿੱਚ ਡਿਵਾਈਡ ਕਰ ਲਓ, 25 ਲਾਈਨਾਂ ਨੂੰ ਇਹਨਾਂ ਵਿੱਚ ਡਿਵਾਈਡ ਕਰ ਲਓ, ਤੁਹਾਨੂੰ ਰਿਜ਼ਲਟ ਮਿਲ ਜੂ ਤੁਸੀਂ ਕਿੰਨਾ ਕਿੰਨਾ ਲਿਖਣਾ, ਕਿੱਥੇ ਕਿੱਥੇ ਕਿੰਨੇ ਕਿੰਨੇ ਤੁਹਾਨੂੰ ਲਾਈਨਾਂ ਚਾਹੀਦੀਆਂ। ਉਸ ਹਿਸਾਬ ਨਾਲ ਕਰਕੇ ਉੱਥੇ ਕੰਮ ਖਤਮ ਕਰ ਦਿਆ ਕਰੋ, ਸੋ ਦੈਟ ਕਿ ਤੁਹਾਡਾ ਜਿਹੜਾ ਟਾਸਕ ਆ ਉਹ ਆਰਗੇਨਾਈਜ਼ਡ ਹੋਵੇ। ਜਦੋਂ ਐਗਜ਼ਾਮੀਨਰ ਦੇਖੂਗਾ ਠੀਕ ਹੈ ਯਾਰ ਬੰਦੇ ਨੇ ਸਟੇਟਮੈਂਟ ਚੈੱਕ ਲੈਣ ਲਿਖ ਕੇ ਉਹਦੀ ਰੀਜ਼ਨਿੰਗ ਦੇ ਕੇ ਐਗਜ਼ਾਮਪਲ ਦੇ ਕੇ ਕੰਮ ਕਰਾ ਦਿੱਤਾ, ਅਗਲੇ BP ਫੇਰ ਉਦਾਂ ਹੀ ਕੀਤਾ। ਜੋ ਤੁਸੀਂ ਵੈਸੇ ਨਾਰਮਲ ਜਰਨਲੀ ਐਸੇ ਲਿਖਣ ਲੱਗ ਗਏ ਨੇ, ਟਾਸਕ 1 BP ਤੁਹਾਡਾ ਬਹੁਤ ਵੱਡਾ ਹੋ ਜਾਂਦਾ, ਇੱਕ ਤੁਹਾਨੂੰ ਪਤਾ ਨਹੀਂ ਲੱਗਦਾ ਲਿਖੀਏ ਕੀ। ਤਾਂ ਇਕੁਅਲ ਬੈਲੈਂਸ ਹੋ ਜਾਊਗਾ, ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ 15 ਵਰਡ ਇੱਕ ਲਾਈਨ 'ਚ ਲਿਖਦਾ ਜਾਂ ਲਿਖਦੀ ਹਾਂ, ਠੀਕ ਹੈ। ਦੈਟ ਮੀਨਸ ਮੈਨੂੰ ਤਾਂ 18 ਲਾਈਨਾਂ ਚਾਹੀਦੀਆਂ। ਤੁਸੀਂ ਐਂ 4-5-5-4 ਦੀ ਸਟ੍ਰੈਟਜੀ ਵਰਤ ਲਓ, ਪਹਿਲਾਂ 4 ਲਾਈਨ ਲਿਖੋ, ਫਿਰ 5 ਲਿਖੋ, 5 ਦੇ ਵਿੱਚ ਤੁਸੀਂ ਸਟੇਟਮੈਂਟ ਦੇਣੀ ਹੈ, ਰੀਜ਼ਨਿੰਗ ਦੇਣੀ ਹੈ, ਐਗਜ਼ਾਮਪਲ ਦੇਣੀ ਹੈ। ਕਿਤੇ ਐਗਜ਼ਾਮਪਲ 3 ਲਾਈਨਾਂ ਦੀ ਹੋਗੀ, ਕਿਤੇ ਰੀਜ਼ਨਿੰਗ 1 ਲਾਈਨ ਦੀ ਹੋਗੀ, ਤੁਹਾਡੇ ਤੇ ਆ, ਕੋਈ ਉਹਦੇ ਨਾਲ ਫਰਕ ਨਹੀਂ ਪੈਣਾ ਆਪਾਂ ਨੂੰ। ਅੰਡਰਸਟੂਡ? ਯੈਸ ਸਰ ਨੋ? ਇਦਾਂ ਹੀ BP2 ਦੇ ਵਿੱਚ ਆਪਾਂ ਕਰਨਾ। ਜਿਹੜਾ ਆਪਣਾ ਦੂਜਾ ਪੁਆਇੰਟ ਆ ਪੋਜ਼ਿਟਿਵ ਡਿਵੈਲਪਮੈਂਟ ਦਾ ਜਾਂ ਨੈਗੇਟਿਵ ਡਿਵੈਲਪਮੈਂਟ ਦਾ, ਤੁਸੀਂ ਕਹਿ ਸਕਦੇ ਔਨ ਦੀ ਅਦਰ ਹੈਂਡ ਆਈ ਆਲਸੋ ਬਿਲੀਵ ਦੈਟ ਦਿਸ ਇਜ਼ ਅ ਨੈਗੇਟਿਵ ਡਿਵੈਲਪਮੈਂਟ ਐਜ਼ ਸਟੇਟਮੈਂਟ ਹੋਗੀ,
ਜੇ ਤੁਹਾਨੂੰ ਲੱਗਦਾ ਕੋਈ ਇਹੋ ਜਿਹਾ, ਜ਼ਰੂਰੀ ਤਾਂ ਨਹੀਂ ਆਹੀ ਟੌਪਿਕ ਹੋਣਾ, ਕੋਈ ਵੀ ਟੌਪਿਕ ਆ ਸਕਦਾ, ਉੱਤੇ ਹੋ ਸਕਦਾ ਤੁਹਾਨੂੰ ਉਸ ਟੌਪਿਕ ਦੇ ਅਕੋਰਡਿੰਗ ਉਹ ਚੀਜ਼ ਨੈਗੇਟਿਵ ਵੀ ਲੱਗਦੀ ਹੋਵੇ, ਨਾਲ ਪੋਜ਼ਿਟਿਵ ਵੀ ਲੱਗਦੀ ਹੋਵੇ, ਦੋਨੋਂ ਚੀਜ਼ਾਂ ਹੀ ਇਕੁਅਲੀ ਹੋ ਸਕਦੀਆਂ। ਸੋ ਵੀ ਡਿਸਕਵਰ ਦਿਸ ਥਿੰਗ ਕਿ BP1 ਦੇ ਵਿੱਚ ਆਪਾਂ ਸਟੇਟਮੈਂਟ ਦੇ ਕੇ ਰੀਜ਼ਨਿੰਗ ਦੇ ਕੇ ਐਗਜ਼ਾਮਪਲ ਦੇਣੀ ਹੈ, BP2 ਚ ਵੀ ਸਟੇਟਮੈਂਟ ਦੇ ਕੇ ਰੀਜ਼ਨਿੰਗ ਦੇ ਕੇ ਐਗਜ਼ਾਮਪਲ ਦੇਣੀ ਹੈ। ਹੁਣ ਹੋ ਸਕਦਾ BP1 BP2 ਦੋਨੋਂ ਪੋਜ਼ਿਟਿਵ ਆਊਟਕਮਸ ਹੋਣ, ਦੋਨੋਂ ਨੈਗੇਟਿਵ ਆਊਟਕਮਸ ਹੋਣ, ਪੋਜ਼ਿਟਿਵ ਡਿਵੈਲਪਮੈਂਟ ਹੋਵੇ, ਨੈਗੇਟਿਵ ਡਿਵੈਲਪਮੈਂਟ ਹੋਵੇ, ਜਾਂ ਦੋਨੋਂ ਦਾ ਮਿਕਸਚਰ ਹੋਵੇ, that can be adjustable। ਪਰ ਦੇਣਾ ਕੀ ਹੈ, ਸਟੇਟਮੈਂਟ ਜ਼ਰੂਰ ਦੇਣੀ ਹੈ, ਨਾਲ ਰੀਜ਼ਨਿੰਗ ਜ਼ਰੂਰ ਦੇਣੀ ਹੈ, ਨਾਲ ਐਗਜ਼ਾਮਪਲ ਜ਼ਰੂਰ ਦੇਣੀ ਹੈ। ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਰਾਈਟਿੰਗ ਦੇ ਵਿੱਚ ਇਹ ਹੈ ਕਿ ਤੁਹਾਡੀ ਗ੍ਰਾਮਰ, ਤੁਹਾਡਾ ਟਾਸਕ ਰਿਸਪੌਂਸ ਤੇ ਤੁਹਾਡੀ ਆਰਗੇਨਾਈਜੇਸ਼ਨ ਬਣੂਗੀ ਜਦੋਂ ਨੰਬਰ ਆਫ ਵਰਡਸ ਪਰ ਲਾਈਨ ਪਲੱਸ ਕਿੰਨੀਆਂ ਤੁਸੀਂ ਲਾਈਨਸ ਲਿਖਣੀਆਂ। ਜੇ ਤੁਸੀਂ ਇਹ ਕੈਲਕੂਲੇਟ ਕਰ ਲਿਆ, ਤੁਹਾਨੂੰ ਐਗਜ਼ਾਮੀਨਰ ਨੂੰ ਪਤਾ ਲੱਗੂ ਯਾਰ ਉਹਨਾਂ ਕੀ ਪੈਸੇ ਜੋ ਹੋਆ, ਉਹਨਾਂ ਕੀ ਪੈਸੇ ਜੋ ਹੋਆ, ਲਿਮਿਟਡ ਜੀ ਇੰਟਰੋ, ਉਨੀ ਕੀ ਕਨਕਲੂਜਨ ਹੈ। ਆਰਗੇਨਾਈਜੇਸ਼ਨ ਟਾਸਕ ਰਿਸਪੌਂਸ ਉਦੋਂ ਸਹੀ ਹੋਗਾ ਜਦੋਂ ਸਰ ਤੁਸੀਂ ਮੁੱਦੇ ਤੇ ਰਹੋਗੇ। ਪੋਜ਼ਿਟਿਵ ਆਊਟਕਮ ਦੀ ਗੱਲ ਕਰਦੇ ਆ, ਪੋਜ਼ਿਟਿਵ ਡਿਵੈਲਪਮੈਂਟ ਦੀ ਗੱਲ ਕਰਦੇ ਆ, ਪੋਜ਼ਿਟਿਵ ਡਿਵੈਲਪਮੈਂਟ ਦੀ ਸਟੇਟਮੈਂਟ ਦਿੱਤੀ, ਉਸੇ ਪੋਜ਼ਿਟਿਵ ਡਿਵੈਲਪਮੈਂਟ ਉਹ ਕਿਉਂ ਪੋਜ਼ਿਟਿਵ ਆ ਉਹਨੂੰ ਐਕਸਪਲੇਨ ਕੀਤਾ ਤੇ ਉਹਦੀ ਇੱਕ ਉਦਾਹਰਨ ਦਿੱਤੀ, ਐਗਜ਼ਾਮਪਲ ਦਿੱਤੀ। ਐਗਜ਼ਾਮਪਲ ਜਿਹੜੀ ਦੇਣੀ ਆ that can be factual, that can be circumstantial, ਦੋ ਤਰੀਕਿਆਂ ਦੀ ਐਗਜ਼ਾਮਪਲਸ ਹੋ ਸਕਦੀਆਂ, ਫੈਕਚੁਅਲ ਤੇ ਸਰਕਮਸਟੈਂਸ਼ੀਅਲ। ਸਰਕਮਸਟੈਂਸ਼ੀਅਲ ਤੇ ਫੈਕਚੁਅਲ ਦਾ ਮਤਲਬ ਕੀ ਆ? ਫੈਕਚੁਅਲ ਦਾ ਮਤਲਬ ਹੁੰਦਾ ਜਿਹਦੇ ਉਹ ਐਗਜ਼ਾਮਪਲ ਜਿਹਦੇ ਵਿੱਚ ਕੋਈ ਫੈਕਟ ਦਿੱਤਾ ਹੋਵੇ, ਸਰਕਮਸਟੈਂਸ਼ੀਅਲ ਮਤਲਬ ਉਹ ਐਗਜ਼ਾਮਪਲ ਜਿਹਦੇ ਵਿੱਚ ਕੋਈ ਸਰਕਮਸਟੈਂਸ ਦਿੱਤਾ ਹੋਵੇ, ਜਿਵੇਂ ਕਿ ਮੈਂ ਉਦੋਂ ਇਹ ਜਗ੍ਹਾ ਤੇ ਸੀ ਤੇ ਐ ਹੋਇਆ, that is also a personal example plus circumstantial। ਪਰਸਨਲ ਐਗਜ਼ਾਮਪਲ ਤੁਸੀਂ ਦੇ ਸਕਦੇ ਆ, ਪਰ ਇਹ ਨਹੀਂ ਦੇ ਸਕਦੇ ਕਿ ਬਈ ਜੀ ਰਾਮ ਦਾ ਦਫ਼ਤਰ ਆ, ਉੱਥੇ 8 ਕੁੜੀਆਂ 2 ਮੁੰਡਿਆਂ ਨੂੰ ਫੜ ਕੇ ਕੁੱਟ ਦਿੰਦੀਆਂ, ਜੈਂਡਰ ਡਿਸਕ੍ਰਿਮੀਨੇਸ਼ਨ, that is not a personal, ਉਹ ਇੱਕ ਜੈਨੂਇਨ ਚੀਜ਼ ਨਹੀਂ ਲੱਗਦੀ। ਤਾਂ ਆਪਾਂ ਉਹੋ ਜਿਹੇ ਐਗਜ਼ਾਮਪਲਸ ਦੇਣੀਆਂ ਜਿਹੜੀਆਂ ਪੜ੍ਹਨ ਵਾਲੇ ਨੂੰ ਇਦਾਂ ਲੱਗੀ ਯਾਰ ਠੀਕ ਹੈ, ਇੱਕ ਜੈਨੂਇਨ ਐਗਜ਼ਾਮਪਲ ਆ। ਤੁਸੀਂ ਕਿਸੇ ਕੰਟਰੀ ਦੀ ਗੱਲ ਕਰ ਸਕਦੇ ਆ, ਕਿਸੇ ਕੰਟਰੀ ਦੇ ਲਾਅ ਦੀ ਗੱਲ ਕਰ ਸਕਦੇ, ਟੂ ਡਿਕਰੀਜ਼ ਦੀ, ਫੋਰ ਐਗਜ਼ਾਮਪਲ ਟੂ ਡਿਕਰੀਜ਼ ਦੀ ਜੈਂਡਰ ਡਿਸਕ੍ਰਿਮੀਨੇਸ਼ਨ ਇਨ ਦਿਸ ਸਪੈਸੀਫਿਕ ਪਲੇਸ। ਹੁਣ ਕੰਟਰੀ ਕਰੋਗੇ ਤੁਸੀਂ ਲਿਖੋਗੇ ਯੂਕੇ ਦੇ ਵਿੱਚ ਇੱਕ ਲਾਅ ਬਣ ਗਿਆ ਜੀ ਬਰਾਬਰ ਦੇ EMPLOYEES ਰੱਖਣੇ, ਉਹ ਲਾਅ ਨਾ ਬਣਿਆ ਹੋਵੇ, ਠੀਕ ਹੈ। ਆਪਾਂ ਇਹ ਕਹਿੰਦੇ, ਬਹੁਤ ਸਾਰੇ ਟ੍ਰੇਨਰਸ ਇਹ ਗੱਲ ਕਹਿੰਦੇ ਆ ਕਿ ਤੁਸੀਂ ਭਾਵੇਂ ਝੂਠ ਲਿਖੋ ਪਰ ਲਿਖੋ ਜ਼ਰੂਰ। ਮੈਂ ਇਹ ਚੀਜ਼ ਨਹੀਂ ਕਹਿੰਦਾ, ਮੈਂ ਕਹਿੰਦਾ ਸੱਚ ਲਿਖੋ। ਸੱਚ ਲਿਖਣ ਦੇ ਨਾਲ ਕੀ ਹੈ, ਇੱਕ ਤਾਂ ਤੁਹਾਡੇ 'ਚ ਕੌਨਫੀਡੈਂਸ ਹੁੰਦਾ, ਇੱਕ ਤੁਹਾਨੂੰ ਲਿਖਣ ਦਾ ਪਤਾ ਹੁੰਦਾ ਕੀ ਲਿਖਣਾ, ਪਲੱਸ ਜਿਵੇਂ ਹੁਣ ਤੁਸੀਂ ਕਿਸੇ ਜਗ੍ਹਾ ਦਾ ਕਹਿ ਸਕਦੇ ਹੋ ਦੇयर इज अ ਨੀਅਰ ਬਾਈ ਸਿਟੀ ਨੂੰ ਕੁਝ ਵੀ ਲੈ ਦੋ, ਨੀਅਰ ਬਾਈ ਸਿਟੀ ਨੇਮਡ ਕੋਟੀ ਸੇਖਾ ਦੇ ਵਿੱਚ ਇਹ ਰੂਲ ਬਣ ਗਿਆ ਮੇਅਰ ਦੇ ਅਕੋਰਡਿੰਗ ਕਿ ਜਿਹੜੀ ਨੰਬਰ ਆਫ EMPLOYEES ਰੱਖਣੇ ਆ ਜੈਂਡਰ ਵਾਈਜ਼ ਰੱਖਣੇ ਆ, ਬਰਾਬਰ ਦੇ ਰੱਖਣੇ ਆ। ਤੇ ਫੋਰ ਐਗਜ਼ਾਮਪਲ ਚ ਪਾ ਦੋ, ਇੱਕ ਫੈਕਟ ਬਣ ਗਿਆ, ਇੱਕ ਨਿਊਜ਼ ਬਣ ਗਈ, ਠੀਕ ਹੈ। that can be understood ਕਿ ਕਿਸੇ ਇੱਕ ਸਪੈਸ਼ਲ ਸ਼ਹਿਰ ਨੇ ਇਹ ਚੀਜ਼ ਦਾ ਫੈਸਲਾ ਕਰ ਲਿਆ ਕਿ ਨੰਬਰ ਆਫ EMPLOYEES ਅਸੀਂ ਇਕੁਅਲ ਰੱਖਾਂਗੇ। ਕਿਸੇ ਇੱਕ ਸਪੈਸੀਫਿਕ ਦੇਸ਼ ਨੇ, ਜੇ ਕੋਈ ਇਹੋ ਜਿਹਾ ਦੇਸ਼ ਹੈਗਾ, ਟੂ ਡਿਕਰੀਜ਼ ਦੀ ਜੈਂਡਰ ਡਿਸਕ੍ਰਿਮੀਨੇਸ਼ਨ ਅਮੰਗ EMPLOYEES, ਅਮੰਗ ਵਰਕਰਸ, ਤੁਸੀਂ ਲਿਖ ਸਕਦੇ ਆ, ਐਗਜ਼ਾਮਪਲ ਹੋਗੀ। ਦੂਜਾ ਪੁਆਇੰਟ ਕੀ ਆ, ਉਹਦੀ ਸਟੇਟਮੈਂਟ ਦੋ, ਉਹਦੀ ਰੀਜ਼ਨਿੰਗ ਦੋ, ਉਹਦੀ ਐਗਜ਼ਾਮਪਲ ਦੋ। ਅਗੇਨ ਦੀ ਐਗਜ਼ਾਮਪਲ ਵਿਲ ਬੀ ਇੱਕ ਇੰਟਰਨੈਸ਼ਨਲ ਲੈਵਲ ਦੀ ਐਗਜ਼ਾਮਪਲ ਹੋਣੀ ਚਾਹੀਦੀ ਹੈ, ਨੈਸ਼ਨਲ ਲੈਵਲ ਦੀ ਹੋਣੀ ਚਾਹੀਦੀ ਹੈ, ਜਿਹੜੀ ਅੰਡਰਸਟੂਡ ਹੋਵੇ। ਐਵੇਂ ਨਹੀਂ ਝੂਠ ਤਵਾਣ ਮਾਰ ਦੇਣਾ। ਜਦੋਂ ਝੂਠ ਤਵਾਣ ਮਾਰਨ ਲੱਗਦੇ ਹੋ ਐਵੇਂ ਤੁਸੀਂ ਰਾਮ ਸ਼ਾਮ ਨੂੰ ਫੜ ਕੇ ਵਿੱਚ ਪਾ ਲੈਂਦੇ ਆ, ਉਹ ਜਦੋਂ ਉਹਨੂੰ ਫੜ ਕੇ ਵਿੱਚ ਪਾਉਂਦੇ ਆ ਉਹ ਤੁਹਾਡਾ ਫੈਕਚੁਅਲ ਨਹੀਂ ਲੱਗਦਾ, ਉਹ ਇੱਕ ਰੀਅਲਿਸਟਿਕ ਚੀਜ਼ ਨਹੀਂ ਲੱਗਦੀ, ਥੋੜਾ ਜਿਹਾ ਡਾਊਟਫੁਲ ਤੁਹਾਡਾ ਐਸੇ ਬਣ ਜਾਂਦਾ। ਕਨਕਲੂਜਨ, ਵਾਟ ਇਜ਼ ਅ ਕਨਕਲੂਜਨ? ਹੁਣ ਤੁਸੀਂ BP1 BP2 ਦੇ ਵਿੱਚ ਦੋਨਾਂ ਵਿੱਚ ਇੱਕ ਸਟੇਟਮੈਂਟ ਦਿੱਤੀ, ਰੀਜ਼ਨਿੰਗ ਦਿੱਤੀ, ਐਗਜ਼ਾਮਪਲ ਦਿੱਤੀ, ਕੀਤਾ ਦੋਨਾਂ ਦੇ ਵਿੱਚ, ਕੀਤਾ ਕਿ ਨਹੀਂ ਕੀਤਾ? ਹੁਣ ਜਿਹੜੀ BP1 ਦੀ ਸਟੇਟਮੈਂਟ ਆ, 1 ਦੀ ਤੇ 2 ਦੀ, ਦੋਨਾਂ ਦੀਆਂ ਸਟੇਟਮੈਂਟਸ ਨੂੰ ਦੁਬਾਰਾ ਰੀਰਾਈਟ ਕਰ ਦੇਣਾ, ਜਿਵੇਂ ਇੰਟਰੋ ਚ ਕਰਦੇ ਆ। ਦੋਨਾਂ ਦੀਆਂ ਸਟੇਟਮੈਂਟਸ ਨੂੰ, ਇੱਕ ਲਾਈਨ ਦੀ ਸਟੇਟਮੈਂਟ ਆ, ਦੋਨਾਂ ਨੂੰ ਦੁਬਾਰਾ ਰੀਰਾਈਟ ਕਰ ਦੇਣਾ, ਦੁਬਾਰਾ ਰੀਫਰੇਜ਼ ਕਰ ਦੇਣਾ, ਦੁਬਾਰਾ ਰੀਫਰੇਜ਼ ਕਰਕੇ ਉਹਨਾਂ ਨੂੰ ਕਨਕਲੂਜਨ ਪਾ ਦੇਣਾ, ਤੁਹਾਡਾ ਕਨਕਲੂਜਨ ਹੋ ਗਿਆ। ਤੇ ਕਹਿੰਦਾ having equal number of employees according to gender in a company is a positive development as ਪਹਿਲਾ ਕਾਰਨ ਆਹ ਸਟੇਟਮੈਂਟ, ਦੂਜਾ ਕਾਰਨ ਆਹ ਸਟੇਟਮੈਂਟ, ਡਨ, ਖਤਮ। ਰੀਜ਼ਨਿੰਗ ਦੇ ਕੇ ਸਟੇਟਮੈਂਟ, ਰੀਜ਼ਨਿੰਗ, ਐਗਜ਼ਾਮਪਲ ਦੋਨੋਂ BPs ਦੇ ਕੇ ਇੰਟਰੋਡਕਸ਼ਨ ਦੇ ਵਿੱਚ ਆਪਾਂ ਰੀਰਾਈਟਿੰਗ ਕਰਕੇ ਥੀਸਿਸ ਆਪਦਾ ਆਨਸਰ ਲਿਖ ਕੇ BP1 ਦੇ ਵਿੱਚ ਸਟੇਟਮੈਂਟ ਦੇ ਕੇ ਕਿ ਪੋਜ਼ਿਟਿਵ ਡਿਵੈਲਪਮੈਂਟ ਕਿਉਂ ਆ, ਉਹਨੂੰ ਰੀਜ਼ਨਿੰਗ ਦੇ ਕੇ ਉਹਦੀ ਐਗਜ਼ਾਮਪਲ ਦਿੱਤੀ। BP2 ਦੇ ਵਿੱਚ ਉਹਨੂੰ ਸਟੇਟਮੈਂਟ ਦੇ ਕੇ ਰੀਜ਼ਨਿੰਗ ਦੇ ਕੇ ਐਗਜ਼ਾਮਪਲ ਦਿੱਤੀ। ਕਨਕਲੂਜਨ ਦੇ ਵਿੱਚ ਆਪਾਂ ਦੋਨੋਂ ਸਟੇਟਮੈਂਟਸ BP1 ਦੀ BP2 ਦੀ ਦੋਨਾਂ ਦੀ ਸਟੇਟਮੈਂਟ ਚੱਕ ਕੇ ਉਹਨੂੰ ਦੁਬਾਰਾ ਰੀਫਰੇਜ਼ ਕਰਤਾ ਅਲੱਗ ਸਿਨੋਨੀਮਸ ਦੇ ਨਾਲ, ਤੁਹਾਡੀ ਕਨਕਲੂਜਨ ਬਣ ਗਿਆ। ਅੰਡਰਸਟੂਡ? ਯੈਸ ਔਰ ਨੋ? ਲਿਖ ਲਓਗੇ? ਲਿਖੋ ਫਿਰ ਆਨਸਰ।